ਸਿੱਖ ਚੈਨਲ ਦੇਖ ਰਹੀ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਿੰਦਰ ਸਿੰਘ ਗਿੱਲ ਤੇ ਪ੍ਰੋਗਰਾਮ ਕਰੰਟ ਅਫੇਅਰਸ ਦੇ ਵਿੱਚ ਦੇਸ਼ ਵਿਦੇਸ਼ ਦੀ ਸੰਗਤ ਦਾ ਸਵਾਗਤ ਹੈ। ਸੋ ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਉੱਤੇ ਚਰਚਾ ਹੁੰਦੀ ਹੈ ਤੇ ਰੋਜ਼ਾਨਾ ਤੁਸੀਂ ਇਸ ਪ੍ਰੋਗਰਾਮ ਨੂੰ ਦੇਖਦੇ ਹੋ। ਸੋ ਮੇਰੇ ਨਾਲ ਸੀਨੀਅਰ ਪੱਤਰਕਾਰ ਸਰਦਾਰ ਜਸਵੀਰ ਸਿੰਘ ਜੀ ਪੱਟੀ ਮੌਜੂਦ ਨੇ। ਆਓ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ ਤੇ ਖਬਰਾਂ ਦੇ ਉੱਤੇ ਕਰਦੇ ਹਾਂ ਗੱਲਬਾਤ। ਪੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪੱਟੀ ਸਾਹਿਬ, ਸਭ ਤੋਂ ਵੱਡੀ ਖਬਰ ਨਵਜੋਤ ਸਿੰਘ ਸਿੱਧੂ ਨੇ ਇਹ ਸੂਤਰਾਂ ਤੋਂ ਖਬਰ ਆ ਰਹੀ ਹੈ ਕਿ ਰਾਹੁਲ ਗਾਂਧੀ ਨੂੰ ਆਪਣੇ ਹਮਾਇਤੀ 3 ਦਰਜਨ ਵਿਧਾਇਕਾਂ ਦੀ ਇੱਕ ਸੂਚੀ ਜਿਹੜੀ ਆ ਉਹ ਸੌਂਪ ਦਿੱਤੀ ਆ। ਕੀ ਇੰਨੇ ਵਿਧਾਇਕ ਵਾਕਿਆ ਹੀ ਨਵਜੋਤ ਸਿੰਘ ਸਿੱਧੂ ਦੇ ਨਾਲ ਹੈਗੇ ਆ ਜਾਂ ਫਿਰ ਇਹ ਸਿਰਫ ਇੱਕ ਚਰਚਾ ਹੀ ਚੱਲ ਰਹੀ ਆ? ਜਿੱਥੋਂ ਤੱਕ 3 ਦਰਜਨ ਵਿਧਾਇਕਾਂ ਦੀ ਸੂਚੀ ਸੌਂਪਣ ਦੀ ਗੱਲ ਆ ਜੀ, ਇਹਦੇ 'ਚ ਕੋਈ ਅਤਕਥਨੀ ਨਹੀਂ ਕਹੀ ਜਾ ਸਕਦੀ ਜੀ। ਵੀ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਉਹਦੀ ਕੰਮ ਕਰਨ ਦਾ ਤਰੀਕਾ ਵਾ, ਉਹਦੀ ਕਾਰਜਸ਼ੈਲੀ, ਉਹਦੇ ਤੋਂ ਕਾਫੀ ਵਿਧਾਇਕ ਨਾਰਾਜ਼ ਆ। ਔਰ ਪਿਛਲੀ ਵਾਰੀ ਤੁਸੀਂ ਵੇਖਿਆ ਹੋਣਾ ਜਿਹੜਾ ਕੁਲਬੀਰ ਸਿੰਘ ਜੀਰਾ ਸੀਗਾ ਜੀ, ਉਹਨੇ ਆਪਣੀ ਨਾਰਾਜ਼ਗੀ ਸਟੇਜ ਤੋਂ ਜ਼ਾਹਰ ਕਰਤੀ ਸੀ। ਬਿਲਕੁਲ। ਫਿਰ ਸਾਡੇ ਜਿਹੜੇ ਉਹ ਹੈਗੇ ਨੇ ਧੀਮਾਨ ਸਾਹਿਬ, ਉਹਨਾਂ ਜ਼ਾਹਰ ਕਰਤੀ ਸੀ ਜੀ। ਇਸ ਤਰ੍ਹਾਂ ਕਈ ਐਮਐਲਏ ਨੇ ਆਪਣੀ ਅਸਿੱਧੇ ਰੂਪ ਦੇ ਵਿੱਚ ਜਿਹੜੀ ਸੀ ਨਾਰਾਜ਼ਗੀ ਜ਼ਾਹਰ ਕੀਤੀ ਸੀ। ਕਈ ਅਜਿਹੇ ਜਿਵੇਂ 6 ਵਾਰੀ ਅਗਲੇ ਐਮਐਲਏ ਜਿੱਤੇ ਆ, ਉਹਨਾਂ ਨੂੰ ਮੰਤਰੀ ਨਹੀਂ ਬਣਾਇਆ ਗਿਆ। ਜਿਹੜਾ ਪਹਿਲੀ ਵਾਰ ਜਿੱਤੇ ਉਹਨਾਂ ਨੂੰ ਮੰਤਰੀ ਬਣਾ ਦਿੱਤਾ ਗਿਆ। ਕਈ ਅਜਿਹੇ ਵੀ ਨਹੀਂ ਜਿਹਨਾਂ 'ਤੇ ਪਿਛਲੇ ਸਮੇਂ 'ਤੇ ਇਲਜ਼ਾਮ ਲੱਗੇ ਤਾਂ ਉਹਨੂੰ ਫਿਰ ਮੰਤਰੀ ਬਣਾ ਦਿੱਤਾ ਗਿਆ। ਇਸ ਕਰਕੇ ਮੈਂ ਇਹ ਸੋਚਦਾ ਵੀ ਜੇ ਇਸ ਸੂਚੀ ਦੀ ਗੱਲ ਕੀਤੀ ਜਾਵੇ ਤਾਂ ਇਹਦੇ ਵਿੱਚ ਅਤਕਥਨੀ ਕੋਈ ਨਹੀਂ ਹੋ ਸਕਦੀ, ਸੌਂਪੀ ਹੋਏਗੀ। ਇਹਦੇ ਨਾਲ ਮੈਂ ਤੁਹਾਨੂੰ ਹੋਰ ਦੱਸਦਾ ਵੀ ਇਸ ਤੋਂ ਪਹਿਲਾਂ ਇਹਨਾਂ ਨੇ ਇੱਕ 47 ਮੈਂਬਰਾਂ ਦੀ ਸੂਚੀ ਸੌਂਪੀ ਸੀ ਸਿੱਧੂ ਸਾਹਿਬ ਨੇ ਜੀ। ਉਹ 47 ਮੈਂਬਰਾਂ ਦੇ ਵਿੱਚੋਂ ਜਿਹੜਾ ਸੀ ਉਹਦੇ ਵਿੱਚ 1-2 ਮੰਤਰੀ ਵੀ ਸ਼ਾਮਲ ਸੀਗੇ। ਆਪਾਂ ਉਹਨਾਂ ਦਾ ਨਾਂ ਇਸ ਕਰਕੇ ਨਹੀਂ ਲੈਣਾ ਵੀ ਉਹਨਾਂ ਦੇ ਸੰਕਟ ਦੇ ਬਦਲ ਬਣਾ ਸਕਦੇ ਆ। ਮੰਤਰੀ ਵੀ ਸ਼ਾਮਲ ਸੀਗੇ, ਲੇਕਿਨ ਸਹੀਜੇ ਉਹ ਮੰਤਰੀ ਜਿਹੜੇ ਸੀ ਪਿੱਛੇ ਹਟ ਗਏ, ਕੁਛ ਐਮਐਲਏ ਪਿੱਛੇ ਹਟ ਗਏ। ਅਤੇ ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਅਗਲੀ ਪ੍ਰਕਿਰਿਆ ਸ਼ੁਰੂ ਕੀਤੀ ਆ ਅਤੇ ਉਹਦੇ ਕਰਕੇ ਜਿਹੜਾ ਵਾ ਕੁਛ ਨਾ ਕੁਛ ਜਿਹੜੇ ਐਮਐਲਏ ਪਿੱਛੇ ਹਟੇ, ਲੇਕਿਨ ਅਜੇ ਵੀ ਨਾਰਾਜ਼ ਐਮਐਲਏ ਦੀ ਗਿਣਤੀ ਬਹੁਤ ਗਿਣਤੀ ਹੈ ਜੀ। ਅਤੇ ਕਾਂਗਰਸ ਵਿੱਚ ਪਹਿਲੀ ਵਾਰੀ ਨਹੀਂ ਹੋਇਆ। ਬੀਬੀ ਭੱਠਲ ਜਦੋਂ ਇਹਨਾਂ ਨੇ ਬਣਾਇਆ ਸੀ ਆਪਣੇ ਨੂੰ, ਹਰਜਿੰਦਰ ਸਿੰਘ ਬਰਾੜ ਨੂੰ ਮੁੱਖ ਮੰਤਰੀ ਬਣਾਇਆ ਸੀ 1995 ਦੇ ਵਿੱਚ ਜੀ, ਉਦੋਂ ਬੀਬੀ ਭੱਠਲ ਜਿਹੜੀ ਸੀ 41 ਐਮਐਲਏ ਲੈ ਕੇ ਦਿੱਲੀ ਬੈਠੀ ਸੀ, ਮੈਨੂੰ ਬਣਾਓ ਤੁਸੀਂ। ਲੇਕਿਨ ਹਾਈ ਕਮਾਂਡ ਜਦੋਂ ਚੱਲਦੀ ਸੀ, ਉਹਨਾਂ ਆਪਣਾ ਬੰਦਾ ਬਣਾਉਣਾ ਸੀ, ਬਣਾ ਦਿੱਤਾ ਜੀ। ਉਸ ਤੋਂ ਬਾਅਦ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਚੱਲਦੀ, ਉਦੋਂ 39 ਐਮਐਲਏ ਲੈ ਕੇ ਗਈ ਸੀ ਭੱਠਲ, ਮੈਨੂੰ ਬਣਾਓ ਤੁਸੀਂ। ਉਹਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ, ਫਿਰ ਉਹਨੂੰ ਡਿਪਟੀ ਮੁੱਖ ਮੰਤਰੀ ਬਣਾਇਆ ਗਿਆ ਸੀਗਾ ਜੀ। ਇਸ ਕਰਕੇ ਧੜੇਬੰਦੀ ਜਿਹੜੀ ਅੰਦਰ ਖਾਤੇ ਆ ਉਹ ਚੱਲਦੀ ਰਹਿੰਦੀ ਇਹਦੇ ਵਿੱਚ। ਸਿੱਧੂ ਸਾਹਿਬ ਦੇ ਫਾਦਰ ਜਿਹੜੇ ਭਗਵੰਤ ਸਿੰਘ ਸਿੱਧੂ ਸਨ ਜੀ, ਉਹ ਬੜੇ ਤਗੜੇ ਐਡਵੋਕੇਟ ਸਨ ਜੀ, ਐਡਵੋਕੇਟ ਜਨਰਲ ਵੀ ਰਹੇ। ਉਹ ਅੜੀਅਲ ਵੀ ਬੜੇ ਸੀ, ਅਣਖੀਲੇ ਵੀ ਬੜੇ ਸੀ ਜੀ। ਉਹਨਾਂ ਦੇ ਬਾਰੇ ਜੇ ਗੱਲ ਕਰ ਲਈ ਜਾਵੇ ਤਾਂ ਉਹਨਾਂ ਨੇ ਇੱਕ ਵਾਰੀ ਮਾਧੋਰਾਓ ਸਿੰਧੀਆ ਰੇਲ ਮੰਤਰੀ ਸੀ, ਉਹ ਇੱਥੇ ਪੰਜਾਬ 'ਚ ਆਏ ਸੀ ਪਟਿਆਲੇ ਦੇ ਵਿੱਚ ਜੀ, ਅਤੇ ਸਰਕਟ ਹਾਊਸ ਉਹਨਾਂ ਦਾ ਪ੍ਰੋਗਰਾਮ ਸੀਗਾ ਅਤੇ ਉਹ ਜਾ ਵੜੇ ਸੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ। ਅਤੇ ਭਗਵੰਤ ਸਿੰਘ ਸਿੱਧੂ ਦੀ ਅਮਰਿੰਦਰ ਸਿੰਘ ਵੱਲੋਂ ਉਦੋਂ ਨਹੀਂ ਸੀ ਬਣਦੀ ਜੀ, ਕਿਉਂਕਿ ਇਹ ਜਿਹੜਾ ਸਿੱਧੂ ਪਰਿਵਾਰ ਸੀ ਇਹ ਫੈਨ ਹੈਗਾ ਸੀ ਦਰਬਾਰਾ ਸਿੰਘ ਦਾ, ਜਿਹੜੇ ਸਾਬਕਾ ਮੁੱਖ ਮੰਤਰੀ ਹੋਏ ਨੇ ਜੀ। ਅਤੇ ਜਿਹੜੇ ਕੈਪਟਨ ਹੋ ਰਹੀ ਸੀ, ਇਹ ਨਾਲ ਹੈਗੇ ਸੀ ਗਿਆਨੀ ਜੈਲ ਸਿੰਘ ਦੇ। ਅਤੇ ਦੋਵਾਂ ਦੀ ਇੱਟ ਅਤੇ ਵਿੱਟ, ਅਤੇ ਮੈਂ ਕੁੱਟੇ ਦਾ ਨਹੀਂ ਕਹੂੰਗਾ, ਇੱਟ ਅਤੇ ਵੱਟੇ ਦਾ ਵੈਰ ਸੀਗਾ ਵਿੱਚ ਇਸ ਤੱਕ ਇਹਨਾਂ ਦੀ ਚੱਲਦੀ ਸੀ ਜੀ ਲਖਤਬਾਜੀ। ਹੁਣ ਉਸ ਟਾਈਮ ਦੇ ਉੱਤੇ ਭਗਵੰਤ ਸਿੰਘ ਸਿੱਧੂ ਜਿਹੜੇ ਸੀ ਉਹ ਮੋਤੀ ਮਹਿਲ ਨਹੀਂ ਗਏ, ਉਹ ਸਰਕਟ ਹਾਊਸ ਗਏ। ਜਿਹੜੀ ਕੁਰਸੀ ਡਾਈ ਸੀ ਮਾਧਵਰਾਓ ਸਿੰਧੀਆ ਦੇ ਵਾਸਤੇ, ਉਹਨਾਂ ਨੇ ਆਪਣੇ ਸਾਥੀਆਂ ਨੂੰ ਲਿਆ ਅਤੇ ਉਸ ਕੁਰਸੀ 'ਤੇ ਹਾਰ ਪਾ ਕੇ ਅਤੇ ਘਰ ਚਲੇ ਗਏ ਸੀ ਜੀ। ਮਤਲਬ ਮੇਰਾ ਕਹਿਣ ਤੋਂ ਭਾਵ ਵੀ ਇਹੋ ਜਿਹੀ ਅਣਖੀਲੇ ਜਿਹੇ ਪਰਿਵਾਰ ਦੇ ਬੰਦੇ ਨੇ ਇਹ ਜੀ, ਉਹ ਆਪਣੀ ਅਣਖ ਨਹੀਂ ਛੱਡ ਸਕਦੇ, ਨੁਕਸਾਨ ਜਿੱਦਾਂ ਮਰਜ਼ੀ ਹੋ ਜਾਏ ਜੀ। ਜੇ ਕਿਤੇ ਭਗਵੰਤ ਸਿੰਘ ਸਿੱਧੂ ਆਪਣੀ ਅਣਖ ਛੱਡ ਕੇ ਉਸ ਟਾਈਮ ਦੇ ਉੱਤੇ ਇਹ ਪੰਗੇ ਨਾ ਲੈਂਦੇ ਅਤੇ ਮੇਰੇ ਖਿਆਲ ਸ਼ਾਇਦ ਉਹਨਾਂ ਦੀ ਕੋਈ ਤਰੱਕੀ ਹੋ ਜਾਂਦੀ, ਲੇਕਿਨ ਜ਼ਿਲ੍ਹਾ ਪ੍ਰਧਾਨ ਤੋਂ ਗਾਂ ਨਹੀਂ ਤੁਰ ਸਕੇ ਜੀ। ਇਸ ਵੇਲੇ ਸਿੱਧੂ ਸਾਹਿਬ ਦੀ ਗੱਲ ਕਰਦੇ, ਖੂਨ ਉਹਨਾਂ ਦੇ ਵਿੱਚ ਉਹੀ ਦੌੜਦਾ ਵਾ ਜੀ। ਸਿੱਧੂ ਸਾਹਿਬ ਦਾ ਇੱਕ ਪਲੱਸ ਪੁਆਇੰਟ ਹੈ ਵੀ ਉਹ ਬੰਦਾ ਇਮਾਨਦਾਰ ਜੀ, ਉਹਦੀ ਇਮਾਨਦਾਰੀ 'ਤੇ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ। ਦੂਸਰੀ, ਉਹ ਸੈਲੀਬ੍ਰਿਟੀ ਹੈ ਜੀ। ਤੀਸਰਾ, ਲੋਕ ਉਹਨੂੰ ਪਸੰਦ ਕਰਦੇ ਆ। ਅਤੇ ਮੈਂ ਤੁਹਾਨੂੰ ਜੇ ਇਤਿਹਾਸ ਦੀਆਂ ਗੱਲਾਂ ਕਰ ਲਈਏ ਆਪਾਂ, ਜਿੰਨੇ ਵੀ ਬਾਗੀ ਹੋਏ ਨੇ ਜੀ ਉਹ ਮੁੱਖ ਮੰਤਰੀ ਬਣੇ ਨੇ ਇਤਿਹਾਸ ਦੇ ਵਿੱਚ ਜੀ। ਦਰਬਾਰਾ ਸਿੰਘ ਬਾਗੀ ਹੋਇਆ, ਮੁੱਖ ਮੰਤਰੀ ਬਣਿਆ। ਗਿਆਨੀ ਜੈਲ ਸਿੰਘ ਬਾਗੀ ਹੋਇਆ, ਮੁੱਖ ਮੰਤਰੀ ਬਣਿਆ ਜੀ। ਲਛਮਣ ਸਿੰਘ ਗਿੱਲ ਬਾਗੀ ਹੋਇਆ, ਮੁੱਖ ਮੰਤਰੀ ਬਣਿਆ।
ਸਰਜੀਤ ਸਿੰਘ ਬਰਨਾਲਾ ਅਕਾਲੀ ਦਲ ਤੋਂ ਬਾਗੀ ਹੋਇਆ ਤੇ ਮੁੱਖ ਮੰਤਰੀ ਬਣਿਆ, ਉਹ ਮੁੱਖ ਮੰਤਰੀ ਬਣੇ ਆ ਜੀ। ਤੇ ਸਿੱਧੂ ਸਾਹਿਬ ਆ ਤੁਸੀਂ ਭੋਰੇ 'ਚ ਬਾਹਰ ਨਿਕਲੋ, ਲੋਕਾਂ 'ਚ ਵਿਚਰੋ, ਲੋਕ ਤੁਹਾਡੇ ਕੋਲ ਹਾਰ ਪਾਉਣਗੇ, ਤੁਹਾਡਾ ਬੜੀ ਗਰਮ ਜਿਸੇ ਸਵਾਗਤ ਕਰਨਗੇ, ਭਾਵੇਂ ਸਰਕਾਰ ਕਾਂਗਰਸੀ ਵਿੱਚ ਹੋਵੇ ਅਕਾਲੀਆਂ ਦੀ ਹੋਵੇ ਜੀ। ਤੇ ਜਿਹੜਾ ਪਿਛਲਾ ਇਤਿਹਾਸ ਆ ਉਹ ਦਰਿਆ ਜਾ ਸਕਦਾ ਵਾ। ਤੁਸੀਂ ਆ ਕੇ ਲੋਕਾਂ 'ਚ ਵਿਚਰੋ ਸਹੀ ਜੀ। ਭੱਟੀ ਸਾਹਿਬ, ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕਰ ਲਈ ਜਾਵੇ ਤਾਂ ਉਹ ਵੀ ਆਪਣਾ ਡੈਮੇਜ ਕੰਟਰੋਲ ਕਰਨ ਦੇ ਵਿੱਚ ਲੱਗਿਆ ਹੋਇਆ ਆ। ਵੱਖ-ਵੱਖ ਤਰ੍ਹਾਂ ਦੇ ਪੈਂਤੜੇ ਜਿਹੜੇ ਆ ਉਹ ਅਪਣਾਏ ਜਾ ਰਹੇ ਆ, ਵੱਖ-ਵੱਖ ਤਰ੍ਹਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਨੇ, ਕਈ ਕੁਝ ਕੀਤਾ ਜਾ ਰਿਹਾ। ਤੁਸੀਂ ਉਹਨਾਂ ਦੀਆਂ ਮੀਟਿੰਗਾਂ ਨੂੰ, ਉਹਨਾਂ ਦੇ ਪੈਂਤੜਿਆਂ ਨੂੰ ਕਿਸ ਲਿਹਾਜ਼ ਨਾਲ ਦੇਖਦੇ ਹੋ? ਜਿਹੜੀ ਸੌਦਾ ਸਾਧ ਦੇ ਚੇਲਿਆਂ ਦੀ ਕੇਸ ਦੀ ਗੱਲ ਕੀਤੀ ਆ ਵੀ CBI ਨੇ ਕਲੋਜ਼ਰ ਰਿਪੋਰਟ ਜਿਹੜੀ ਦਿੱਤੀ ਆ ਉਹਦੇ ਖਿਲਾਫ ਅਸੀਂ ਅਦਾਲਤ ਦੇ ਵਿੱਚ ਜਾਵਾਂਗੇ ਜੀ। ਇਹਦੇ ਦੋ ਪੱਖ ਨੇ। ਇੱਕ ਤੇ ਇਹ ਸੁਖਬੀਰ ਸਿੰਘ ਬਾਦਲ ਇਹ ਕਹਿ ਰਹੇ ਨੇ ਵੀ ਜਿਹੜਾ ਬਿੱਟੂ ਦਾ ਕਤਲ ਹੋਇਆ ਵਾ, ਉਹ ਬਿੱਟੂ ਦੇ ਕਤਲ ਦੇ ਦੋਸ਼ੀ ਕੈਪਟਨ ਤੇ ਰੰਧਾਵਾ ਜਿਹੜੇ ਜੇਲ੍ਹ ਮੰਤਰੀ ਉਹ ਨੇ, ਇਹਨਾਂ ਦੀ ਸਾਜ਼ਿਸ਼ ਨਾਲ ਹੋਇਆ, ਇਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਜੀ। ਇੱਕ ਪਾਸੇ ਤੇ ਇਹ ਗੱਲ ਕਰਕੇ ਆਪਣੇ ਆਪ ਨੂੰ ਸੇਫ ਕਰ ਰਿਹਾ ਵੀ ਅਸੀਂ ਆਪਣਾ ਸੌਦਾ ਜਿਹੜੇ ਸੌਦਾ ਸਾਧ ਦੇ ਚੇਲਿਆਂ ਵਿੱਚ ਸ਼ਾਖ ਬਣਾ ਸਕੀਏ। ਦੂਸਰੀ ਗੱਲ ਕਹਿੰਦੇ ਵੀ ਕਲੋਜ਼ਰ ਰਿਪੋਰਟ ਜਿਹੜੀ ਪੇਸ਼ ਕੀਤੀ ਗਈ ਆ ਉਹਨੂੰ ਅਸੀਂ ਰੱਦ ਕਰਦੇ ਹਾਂ ਵੀ ਜਿਹੜੇ ਬੰਦੇ ਛੱਡੇ ਗਏ ਉਹ ਨਹੀਂ ਛੱਡਣੇ ਚਾਹੀਦੇ ਸੀ, ਇਹਨੂੰ ਰੱਦ ਕਰਨ ਜਿਹੜੀ ਕਲੋਜ਼ਰ ਕੀਤੀ ਅਸੀਂ ਕਹਿੰਦੇ ਦੁਬਾਰਾ ਕੇਸ ਸ਼ੁਰੂ ਕੀਤਾ ਜਾਵੇ। ਇਹਦੇ ਵਾਸਤੇ ਉਹਨਾਂ ਕਿਹਾ ਅਸੀਂ ਟੌਪ ਦੇ ਵਕੀਲ ਕਰਕੇ ਉੱਚ ਅਦਾਲਤ 'ਚ ਵੀ ਜਾਵਾਂਗੇ। ਅਸੀਂ ਇਮੀਡੀਏਟਲੀ ਲੋੜ ਪਈ ਤੇ ਪਹਿਲਾਂ ਤੇ ਪੱਤਰ ਲਿਖਾਂਗੇ ਅਸੀਂ ਗ੍ਰਹਿ ਮੰਤਰੀ ਨੂੰ, ਲੋੜ ਪਈ ਤੇ ਗ੍ਰਹਿ ਮੰਤਰੀ ਨੂੰ ਮਿਲਾਂਗੇ ਵੀ ਵੀ ਇਹ ਜਿਹੜਾ ਫੈਸਲਾ CBI ਨੇ ਲਿਆ ਇਹਨੂੰ ਰੱਦ ਕਰਕੇ ਇਹਦੀ ਜਾਂਚ ਵੀ ਕੀਤੀ ਜਾਵੇ, ਦੋਸ਼ੀਆਂ ਖਿਲਾਫ ਕਾਰਵਾਈ ਕੜੀ ਵੀ ਕੀਤੀ ਜਾਵੇ। ਅਗਲੇ ਪਾਸੇ ਜਿਹੜੀ ਕੱਲ ਕੋਰ ਕਮੇਟੀ ਦੀ ਮੀਟਿੰਗ ਉਹਦੇ ਵਿੱਚ ਇਹ ਗੱਲ ਹੋਈ ਸੀ ਵੀ ਇਹਦੇ ਖਿਲਾਫ ਆਪਾਂ ਜ਼ਿਲ੍ਹਾਵਾਰ ਧਰਨੇ ਦੇਈਏ। ਉਹ ਫਿਰ ਕੁਝ ਬੰਦਿਆਂ ਨੇ ਕਿਹਾ ਵੀ ਧਰਨੇ ਦੇਣ ਦਾ ਅਕਾਲੀ ਭਾਜਪਾ ਦਾ ਗੱਠਜੋੜ ਉੱਤੇ ਅਸਰ ਪਏਗਾ ਤੇ ਧਰਨਿਆਂ ਦਾ ਸਿਲਸਿਲਾ ਤੁਸੀਂ ਨਾ ਸ਼ੁਰੂ ਕਰੋ। ਹਾਲ ਦੀ ਕੜੀ ਵਕੀਲ ਕਰਨ ਦਾ, ਰਿਪੋਰਟ ਨੂੰ ਰੱਦ ਕਰਨ ਦਾ ਤੇ ਗ੍ਰਹਿ ਮੰਤਰੀ ਨੂੰ ਮਿਲਣ ਦਾ ਜਿਹੜਾ ਸੀ ਉੱਥੋਂ ਤੱਕ ਹੀ ਰੱਖੋ ਤੁਸੀਂ। ਹੁਣ ਅਗਲੀ ਗੱਲ ਇਹ ਹੁੰਦੀ ਆ ਵੀ ਇੱਕ ਪਾਸੇ ਜੇ ਉਹ ਕਲੋਜ਼ਰ ਰਿਪੋਰਟ ਦਿੱਤੀ ਗਈ ਆ ਤਾਂ ਉਹ ਸਿਰਫ ਐਵੇਂ ਨਹੀਂ ਦਿੱਤੀ ਗਈ, ਕਲੋਜ਼ਰ ਰਿਪੋਰਟ ਦਿੱਤੀ ਗਈ ਆ ਵੀ ਹਰਿਆਣੇ ਦੀਆਂ ਚੋਣਾਂ ਨੂੰ ਮੁੱਖ ਰੱਖ ਕੇ BJP ਚਾਹੁੰਦੀ ਆ ਵੀ ਅਸੀਂ ਹਰ ਹਾਲਤ 'ਚ ਉੱਥੇ ਕਬਜ਼ਾ ਦੁਬਾਰਾ ਕਰਨਾ ਹੀ ਕਰਨਾ। ਉਹਨਾਂ ਨੇ ਕਿਹਾ ਸੌਦਾ ਸਾਹਿਬ ਦੇ ਚੇਲੇ ਨੂੰ ਭਾਈ ਕੁਝ ਰੌਲਾ ਪੈਣ ਕਰਕੇ, ਕੁਝ ਕਾਨੂੰਨੀ ਪ੍ਰਕਿਰਿਆ ਕਰਕੇ, ਕਿਉਂਕਿ 2 ਸਾਲ ਤੋਂ ਪਹਿਲਾਂ ਪਰੋਲ ਨਹੀਂ ਮਿਲ ਸਕਦੀ। ਜਿਹੜਾ ਸਾਡੇ ਬਾਬਾ ਰਾਮ ਰਹੀਮ ਆ ਉਹਦੀ 2 ਸਾਲ ਜਾ ਕੇ ਅਗਸਤ 'ਚ ਪੂਰੇ ਹੋਣੇ। ਪਹਿਲਾਂ ਇਹਨੇ ਇੱਕ ਛੋਛਾ ਛੱਡਿਆ ਸੀਗਾ ਵੀ ਵੇਖੀ ਲੋਕਾਂ ਦੇ ਵਿੱਚ ਕੀ ਗੱਲ ਚੱਲਦੀ ਕੀ ਨਹੀਂ ਚੱਲਦੀ। ਹੁਣ ਉਹਨਾਂ ਨੇ ਸੋਚਿਆ ਵੀ ਜਿੱਦਾਂ ਲੋਕਾਂ 'ਚ ਚਰਚਾ ਵਾ, ਜਿੱਦਾਂ ਕਾਨੂੰਨ ਇਜਾਜ਼ਤ ਨਹੀਂ ਦਿੰਦਾ ਤੇ ਬਾਬੇ ਦੀ ਪਰੌਲ ਤਾਂ ਸ਼ਾਇਦ ਅਸੀਂ ਨਾ ਦਵਾ ਸਕੀਏ ਤੇ ਜੇ ਇਹਨਾਂ ਦੇ ਅਸੀਂ ਬੰਦੇ ਛਡਾ ਦਈਏ ਪੰਜਾਬ ਦੇ ਵਿੱਚ ਜਿਹੜੇ ਜੇਲ੍ਹਾਂ 'ਚ ਨੇ ਉਹਨਾਂ ਨੂੰ ਬਰੀ ਕਰਾ ਦਈਏ ਤੇ ਸਾਨੂੰ ਕੁਝ ਫਾਇਦਾ ਪਹੁੰਚ ਸਕਦਾ ਵਾ। ਇੱਕ ਪਾਸੇ ਤਾਂ ਉਸ ਡੈਮੇਜ ਕੰਟਰੋਲ ਕਰਨ ਵਾਸਤੇ BJP ਲੱਗੀ ਹੈ, ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਇਹ ਗੱਲ ਕੀਤੀ ਆ ਤੇ ਮੈਂ ਸੋਚਦਾ ਇਹ ਵੀ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਆ। ਕਿਉਂਕਿ ਜੇ ਤੁਸੀਂ ਕੰਮ ਕਰਨਾ ਸੰਘਰਸ਼ ਕਰੋ, ਦਿਓ ਜ਼ਿਲ੍ਹਾਵਾਰ ਧਰਨੇ, ਜੋ DC ਅਫਸਰ ਧਰਨੇ ਵੀ ਰੱਦ ਕਰੋ ਜੀ, ਰੱਦ ਕਰੋ। ਦੋਸਤ ਇਹ ਵੀ ਗੱਲ ਚੱਲਦੀ ਉੱਥੇ ਵੀ ਜਿਹੜੀ CBI ਦਾ ਦਫ਼ਤਰ ਉਹਦੇ ਬਾਰੇ ਇੱਕ ਧਰਨਾ ਦਿੱਤਾ ਜਾਵੇ ਤੇ CBI ਨੂੰ ਸੁਪਰੀਮ ਕੋਰਟ ਨੇ ਕਹਿ ਦਿੱਤਾ ਸੀ ਇਹ ਤਾਂ ਜੀ ਸਰਕਾਰ ਦਾ ਜਿਹੜਾ ਵਾ ਇਹ ਕੇਂਦਰ ਸਰਕਾਰ ਦੇ ਤੋਤੇ ਦਾ ਪਿੰਜਰਾ ਵਾ, ਜੋ ਉਹ ਮੁਹਾਰਨੀ ਪੜਾਉਂਦੇ ਆ ਉਹ ਪੜ੍ਹੀ ਜਾਂਦੀ ਆ ਤੇ ਇਸੇ ਕਰਕੇ ਸੁਖਬੀਰ ਸਿੰਘ ਬਾਦਲ ਨੇ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਤੇ ਕੀਤੀ ਆ। ਲੇਕਿਨ ਆਉਣ ਵਾਲੇ ਸਮੇਂ ਜਦੋਂ ਉੱਤੋਂ ਦਬਕਾ ਪਿਆ ਨਾ BJP ਕੋਲੋਂ, ਇਹਨਾਂ ਕਿਸੇ ਨਹੀਂ ਬੋਲਣਾ, ਭਿੱਜੀ ਬਿੱਲੀ ਬਣ ਜਾਣਾ ਸਾਰਿਆਂ ਨੇ। ਹਾਲ ਦੀ ਕੜੀ ਤਾਂ ਆਪਣੀ ਹੋਣ ਦਾ ਪ੍ਰਗਟਾਵਾ ਕਰਦੇ ਵੀ ਇੱਦਾਂ ਦਾ ਰੌਲਾ ਅਸੀਂ ਪਾਵਾਂਗੇ ਤੇ ਸ਼ਾਇਦ ਸਾਨੂੰ 4 ਸੀਟਾਂ ਵੱਧ ਮਿਲ ਜਾਣਗੀਆਂ। ਲੇਕਿਨ ਜਦੋਂ ਉਹਨਾਂ ਉੱਤੋਂ ਕਿਹਾ ਨਾ ਚੰਗਾ ਵੀ ਤੁਸੀਂ ਆਪਣੇ ਘਰ ਜੀ ਸੀ ਆਪਣਾ ਜੀ ਤੇ ਤੁਹਾਡੀ ਮੰਤਰੀ ਸੀਟ ਦੀ ਖਾਲੀ ਕਰੋ ਤੇ 5 ਮਿੰਟਾਂ ਦੇ ਕਹਿਣਾ ਨਹੀਂ ਅਸੀਂ ਨਹੀਂ ਜਾਵਾਂਗੇ। ਇਸ ਕਰਕੇ ਸੁਖਬੀਰ ਸਿੰਘ ਬਾਦਲ ਕੋਸ਼ਿਸ਼ ਕਰ ਰਹੇ ਆ ਲੇਕਿਨ ਉਹ ਆਪਣੀ ਸਥਿਤੀ ਸਪੱਟ ਨਹੀਂ ਕਰਦੇ। ਭੱਟੀ ਸਾਹਿਬ, ਇੱਕ ਨਗਰ ਕੀਰਤਨ ਜਾ ਰਿਹਾ ਆ ਨਨਕਾਣਾ ਸਾਹਿਬ, ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈ। ਉਸ ਨਗਰ ਕੀਰਤਨ ਨੂੰ ਲੈ ਕੇ ਗੱਲ ਕਰੀਏ ਤਾਂ ਜਿਹੜੇ ਸਰਨਾ ਬ੍ਰਦਰ ਆ ਤੇ ਮਨਜਿੰਦਰ ਸਿੰਘ ਸਿਰਸਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਆ, ਉਹਨਾਂ ਦੇ ਵਿੱਚ ਆਪਸੀ ਖਿੱਚੋਤਾਣ ਚੱਲ ਰਹੀ ਹੈ। ਤੇਰਾ ਨਗਰ ਕੀਰਤਨ ਮੇਰਾ ਨਗਰ ਕੀਰਤਨ ਦਾ ਰਾਗ ਅਲਾਪਿਆ ਜਾ ਰਿਹਾ ਆ। ਇੱਕ ਧਾਰਮਿਕ ਕਾਰਜ ਆ, ਜੇ ਰਲ ਮਿਲ ਕੇ ਕੀਤਾ ਜਾਵੇ ਤਾਂ ਮੈਂ ਸਮਝਦਾ ਸਭ ਤੋਂ ਵਧੀਆ ਆ, ਪਰ ਐਵੇਂ ਕਿਉਂ ਹੋ ਰਿਹਾ? ਹੋ ਨਹੀਂ ਰਿਹਾ ਜੀ, ਜਾਣ ਬੁੱਝ ਕੇ ਕੀਤਾ ਤੇ ਕਰਵਾਇਆ ਜਾ ਰਿਹਾ
ਮਨਜਿੰਦਰ ਸਿੰਘ ਸਿਰਸੇ ਨੇ ਅੱਜ ਤੱਕ ਮੈਨੂੰ ਵਿਖਾ ਦਿਓ ਵੀ ਕੋਈ ਚੱਜ ਦਾ ਕੰਮ ਕੀਤਾ। ਉਹ ਬੰਦਾ ਦਿੱਲੀ ਦੇ ਵਿੱਚ ਭਾਜਪਾ ਦਾ ਵਿਧਾਇਕ ਆ, ਭਾਜਪਾ ਦੀ ਸੀਟ 'ਤੇ ਜਿੱਤਿਆ, ਤੇ ਭਾਜਪਾ ਦੀ ਜਿਹੜੀ ਮਾਂਜਮਤ RSS ਆ ਉਹਦੇ ਖਿਲਾਫ ਸਿੱਖ ਬੋਲਦੇ ਨੇ ਵੀ ਸਿੱਖਾਂ ਦੇ ਕੰਮਾਂ 'ਚ ਇਹ ਇੰਟਰਫੀਅਰ ਕਰਦੀ ਹੈ ਜੀ। ਜਿਹੜਾ ਮੱਧ ਸਦਾਸ਼ਿਵ ਗੋਲਵਕਰ ਸੀ, ਜਿਹੜਾ RSS ਦਾ ਦੂਸਰਾ ਮੁਖੀ ਸੀਗਾ ਜੀ, ਉਹਨੇ ਬੰਚ ਆਫ ਥਾਟਸ ਆਪਣੀ ਕਿਤਾਬ 'ਚ ਸਪਸ਼ਟ ਲਿਖਿਆ ਵਾ ਵੀ ਅਸੀਂ ਇੱਥੇ ਹਿੰਦੂ ਰਾਸ਼ਟਰ, ਹਿੰਦੂ ਸੰਵਿਧਾਨ, ਇੱਕ ਦੇਸ਼ ਇੱਕ ਚੋਣ ਲਾਗੂ ਕਰਨੀ, ਸਪਸ਼ਟ ਲਿਖਿਆ ਜੀ। ਜਿਹੜੀ RSS ਆ, BJP ਵਾਲੇ ਉਹਨੂੰ ਆਪਣਾ ਮਹਾਤਮਾ ਗਾਂਧੀ ਮੰਨਦੇ ਹੋ ਜੀ, ਉਹਨੇ ਆਪਣੇ ਉਸ ਕਿਤਾਬ 'ਚ ਲਿਖਿਆ ਵਾ ਵੀ ਹਿੰਦੁਸਤਾਨ ਦੇ ਵਿੱਚ ਹਿੰਦੂ, ਬੋਧੀ, ਜੈਨੀ ਤੇ ਸਿੱਖ ਰਹਿ ਸਕਦੇ ਆ। ਜਿਹੜੇ ਮੁਸਲਮਾਨ ਤੇ ਈਸਾਈ ਆ, ਇਹ ਜੇ ਰਹਿਣਾ ਤੇ 2 ਨੰਬਰ ਦੇ ਨਾਗਰਿਕ ਬਣ ਕੇ ਰਹਿ ਸਕਦੇ ਆ, ਉੱਦਾਂ ਨਹੀਂ ਰਹਿ ਸਕਦੇ। ਸਿੱਖਾਂ ਨੂੰ ਕਿਉਂ ਕੀਤਾ? ਕਿਉਂ ਉਹ ਕਹਿੰਦੇ ਆ ਵੀ ਸਿੱਖ ਕੇਸਾਧਾਰੀ ਹਿੰਦੂ ਨੇ। ਇਸ ਕਰਕੇ ਅੱਜ ਦੀ ਡੇਟ ਦੇ ਵਿੱਚ ਜੇ ਉਹ ਕਿਤਾਬ ਦੇ ਮੁਤਾਬਕ ਚੱਲਿਆ ਜਾਵੇ, ਜਿਹੜਾ ਬੰਦਾ RSS ਕੋਲ ਟਿਕਟ ਲੈ ਕੇ BJP ਦਾ ਦਿੱਲੀ ਦੇ ਵਿੱਚ MLA ਬਣ ਸਕਦਾ ਵਾ, ਉਹ ਤੇ ਫਿਰ ਕੇਸਾਧਾਰੀ ਆਪਣੇ ਆਪ ਬਣ ਗਿਆ। ਤੇ ਕੇਸਾਧਾਰੀ ਹਿੰਦੂ ਜਿਹੜੀ RSS ਇਹਨਾਂ ਦੀ ਹੈਗੀ ਰਾਸ਼ਟਰੀ ਸਿੱਖ ਸੰਗਤ, ਹੋ ਸਕਦਾ ਉਹਦਾ ਮੈਂਬਰ ਹੀ ਹੋਵੇ। ਉਹ ਵਿਅਕਤੀ ਅੱਜ ਦਿੱਲੀ ਕਮੇਟੀ ਦੇ ਕਾਬਜ਼। ਉਹਨਾਂ ਨੇ ਉਸ ਕੰਮ ਦੇ ਵਿੱਚ ਹਰ ਅੜਚਣ ਪਾਉਣੀ ਆ, ਰੁਕਾਵਟ ਪਾਉਣੀ ਆ, ਜਿਹੜਾ ਸਿੱਖ ਕੌਮ ਦੇ ਹੱਕ ਜਾਂਦਾ ਹੋਵੇ, ਜਿਹੜਾ ਸਿੱਖ ਕੌਮ ਨੂੰ ਫਾਇਦਾ ਪਹੁੰਚਾਉਂਦਾ ਹੋਵੇ। ਨਗਰ ਕੀਰਤਨ ਜਿਹੜੇ ਹੁੰਦੇ ਉਹ ਪ੍ਰਚਾਰ ਵਾਸਤੇ ਹੁੰਦੇ ਆ। ਸਰਦਾਰ ਪਰਮਜੀਤ ਸਿੰਘ ਸਰਨਾ 2005 ਦੇ ਵਿੱਚ ਜਦੋਂ ਦਿੱਲੀ ਕਮੇਟੀ ਦੇ ਪ੍ਰਧਾਨ ਸਨ, ਉਦੋਂ 1947 ਤੋਂ ਬਾਅਦ ਪਹਿਲੀ ਵਾਰੀ ਪਾਕਿਸਤਾਨ ਨਗਰ ਕੀਰਤਨ ਲੈ ਕੇ ਗਏ ਸੀ। ਤੇ ਉਸ ਨਗਰ ਕੀਰਤਨ ਨੂੰ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਬਦਲ ਬਾਈਕਾਟ ਕਰਨ ਦੇ ਬਾਵਜੂਦ ਵੀ ਸਮੂਹ ਨਾਨਕ ਨਾਮ ਲੈਵੇ ਸਕਦਾ। ਮੈਂ ਇਹ ਨਹੀਂ ਕਹਿੰਦਾ ਵੀ ਸਿਰਫ ਸਿੱਖ, ਸਮੂਹ ਨਾਨਕ ਨਾਮ ਲੈਵਾ ਸਕਦਾ, ਭਾਵੇਂ ਹਿੰਦੂ ਸੀ ਭਾਵੇਂ ਮੁਸਲਮਾਨ, ਜਿਹੜਾ ਮਰਜ਼ੀ ਹੈਗਾ ਸੀ। ਉਹਨੇ ਇੰਨਾ ਗਰਮ ਜੋ ਸੀ ਸਵਾਗਤ ਕੀਤਾ ਸੀਗਾ ਵੀ ਨਗਰ ਕੀਰਤਨ ਜਿਹੜਾ ਸੀ, ਜਿਹਨੇ ਜਾ ਕੇ ਇੱਕ ਜਗ੍ਹਾ ਪੜਾਅ ਕਰਨਾ ਸੀ, ਉਹ ਰਾਤ ਵੀ ਚੱਲਦਾ ਰਿਹਾ। ਅੱਜ ਦੀ ਡੇਟ ਦੇ ਵਿੱਚ 2016 'ਚ ਪ੍ਰਕਿਰਿਆ ਸ਼ੁਰੂ ਕੀਤੀ ਪਰਮਜੀਤ ਸਿੰਘ ਸਰਨਾ ਹੋਰਾਂ ਨੇ ਵੀ ਸਾਨੂੰ 550 ਸਾਲਾਂ ਦੇ ਉੱਤੇ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਉੱਪਰ ਨਗਰ ਕੀਰਤਨ ਲਿਆਉਣ ਦੀ ਆਗਿਆ ਦਿੱਤੀ ਜਾਵੇ। ਉਹਨਾਂ ਨੂੰ ਪਹਿਲਾਂ ਜਿਹੜੀ ਸੀ ਆਗਿਆ ਜ਼ਮਾਨੀ ਕਲਾਮੀ ਦੇ ਦਿੱਤੀ ਗਈ, ਤੇ 2000 ਅਪ੍ਰੈਲ 19 ਦੇ ਵਿੱਚ ਉੱਥੋਂ ਦੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਔਕਾਫ ਬੋਰਡ ਨੇ ਲਿਖਤੀ ਤੌਰ ਤੇ ਦੇ ਦਿੱਤਾ ਵੀ ਭਾਈ ਤੁਸੀਂ ਜਿਹੜਾ ਵਾ 28 ਅਕਤੂਬਰ ਨੂੰ ਨਗਰ ਕੀਰਤਨ ਇੱਥੋਂ ਚੱਲ ਕੇ ਇੱਥੇ ਜਾ ਸਕਦੇ ਹੋ। ਬਿਲਕੁਲ। ਹੁਣ ਉਹਨਾਂ ਨੂੰ ਨਗਰ ਕੀਰਤਨ ਚਿੱਠੀ ਮਿਲ ਗਈ। ਸੱਸਾ ਸਭ ਤੜਫੀ ਜਾਂਦੇ ਇਸ ਗੱਲ ਦੇ ਉੱਤੇ ਵੀ ਨਗਰ ਕੀਰਤਨ ਉਦੋਂ ਪ੍ਰਧਾਨ ਇਹ ਸੀ, ਇਹ ਲੈ ਕੇ ਗਿਆ ਸੀ, ਉਹਨੂੰ ਪ੍ਰਧਾਨ ਅਸੀਂ ਲੈ ਕੇ ਜਾਵਾਂਗੇ। ਅਜੇ ਤੱਕ ਮਨਜਿੰਦਰ ਸਿੰਘ ਸਰਸੇ ਨੂੰ ਪਾਕਿਸਤਾਨ ਦੇ ਉੱਤੋਂ ਕਿਸੇ ਪ੍ਰਕਾਰ ਦੀ ਕੋਈ ਇਜਾਜ਼ਤ ਨਹੀਂ ਮਿਲੀ। ਉਹ ਦਾਅਵਾ ਕਰ ਰਹੇ ਨੇ ਵੀ ਸਾਨੂੰ ਹਿੰਦੁਸਤਾਨ ਤੇ ਹਿੰਦੁਸਤਾਨ ਸਰਕਾਰ ਨੇ ਇਜਾਜ਼ਤ ਦੇ ਦਿੱਤੀ ਆ, ਸਾਨੂੰ ਸੂਬੇ ਨੇ ਇਜਾਜ਼ਤ ਦੇ ਦਿੱਤੀ ਆ, ਤੇ ਪਾਕਿਸਤਾਨ ਤੋਂ ਅਸੀਂ ਜਿਹੜੀ ਮਾਰਚ 'ਚ ਪ੍ਰਕਿਰਿਆ ਸ਼ੁਰੂ ਕੀਤੀ ਸੀ ਉਹ ਸਾਨੂੰ ਇਜਾਜ਼ਤ ਮਿਲ ਜਾਣੀ ਹੈ। ਜੇ ਮਿਲ ਜਾਣੀ ਤੇ ਬਹੁਤ ਚੰਗੀ ਗੱਲ ਆ। ਪਰ ਮੈਂ ਇੱਕ ਗੱਲ ਕਹੂੰਗਾ, ਸਰਨਾ ਸਾਹਿਬ ਪਿਛਲੇ 2 ਸਾਲਾਂ ਤੋਂ ਲੱਗੇ, ਚਾਹੀਦਾ ਇਹ ਸੀਗਾ ਵੀ ਸਰਸਾ ਸਾਹਿਬ ਨੂੰ ਉਹ ਲੈਟਰ ਦੇ ਕੇ ਆਏ ਵੀ ਦਿੱਲੀ ਕਮੇਟੀ ਸ਼ਮੂਲੀਅਤ ਕਰੇ। ਸ਼੍ਰੋਮਣੀ ਕਮੇਟੀ ਨੂੰ ਉਹਨਾਂ ਲੈਟਰ ਦਿੱਤੀ ਤੇ ਸ਼੍ਰੋਮਣੀ ਕਮੇਟੀ ਦੇ ਉਹਨਾਂ ਦਾ ਸੱਦਾ ਸਵੀਕਾਰ ਕੇ ਉਹਨਾਂ ਸਰੂਪਿਆਂ ਦਾ ਸਨਮਾਨ ਕੀਤਾ। ਜਹੇਦਾਰ ਅਕਾਲ ਤਖਤ ਦੇ ਦਫ਼ਤਰ ਦਿੱਤੀ ਤੇ ਜਹੇਦਾਰ ਅਕਾਲ ਤਖਤ ਨੂੰ ਬਾਅਦ 'ਚ ਦਿੱਲੀ 'ਚ ਮਿਲੇ ਵੀ। ਉਹਨਾਂ ਕਿਹਾ ਜੀ ਮੈਂ ਅਰਦਾਸ ਜਿਹੜੀ ਪਹਿਲੀ ਹੋਣੀ ਆ ਤੋਰਨ ਦੀ, ਇੱਥੇ ਮੈਂ ਸ਼ਾਮਲ ਹੋਊਂਗਾ। ਕੱਲ੍ਹ ਇਹਨਾਂ ਨੇ ਕਹਿ ਦਿੱਤਾ। ਫਿਰ ਸਰਨਾ ਸਾਹਿਬ ਨੇ ਕੀ ਕੀਤਾ, ਭਾਈ ਹੁਣ ਅਸੀਂ ਝਗੜੇ 'ਚ ਨਹੀਂ ਪੈਣਾ। ਉਹਨਾਂ ਨੇ ਕੱਲ੍ਹ ਪ੍ਰੈਸ ਕਾਨਫਰੰਸ ਕਰਕੇ ਇਹ ਕਹਿ ਦਿੱਤਾ ਵੀ ਸਾਡਾ ਨਗਰ ਕੀਰਤਨ ਬੰਗਲਾ ਸਾਹਿਬ ਗੁਰਦੁਆਰਾ ਦਿੱਲੀ ਤੋਂ ਚੱਲਣਾ ਸੀਗਾ, ਲੇਕਿਨ ਸਰਸੇ ਦੀ ਕੰਟਰੋਵਰਸੀ ਕਰਕੇ ਅਸੀਂ ਗੁਰਦੁਆਰਾ ਨਾਨਕ ਪਿਓ ਤੋਂ ਚੱਲਾਂਗੇ ਸੀ। ਝਗੜੇ 'ਚ ਨਹੀਂ ਪੈਣਾ ਸੀ। ਸਰਸਾ ਸਾਹਿਬ ਚਾਹੁੰਦੇ ਵੀ ਝਗੜੇ 'ਚ ਗੱਲ ਪਵੇ, ਨਾ ਉਹ ਲੈ ਕੇ ਜਾਵੇ ਨਾ ਅਸੀਂ ਲੈ ਕੇ ਜਾਈਏ। ਬੜੀ ਮਾੜੀ ਗੱਲ, ਬੜੀ ਮਾੜੀ ਸੋਚ ਆ। ਉਹੀ ਸੋਚ ਵਾਰਸ ਸੋਚ ਆ। ਇਸ ਕਰਕੇ ਮੈਂ ਇਹ ਗੱਲ ਚਾਹੁੰਦਾ ਵਾਂ, ਜਿਹੜੇ ਬੁੱਧੀ ਵਰਗ ਦੇ ਲੋਕ ਨੂੰ ਵਿੱਚ ਪੈਣਾ ਚਾਹੀਦਾ ਵਾ। ਸਰਸਾ ਸਾਨੂੰ ਸਮਝਾਉਣਾ ਚਾਹੀਦਾ ਵਾ, ਸਿੱਖ ਕੌਮ ਦਾ ਬੜਾ ਨੁਕਸਾਨ ਅੱਗੇ ਹੋ ਚੁੱਕਾ, ਹੋਰ ਨਾ ਕੀਤਾ ਜਾਵੇ। ਅੱਜ ਮੇਰੇ ਖਿਆਲ ਪਤਾ ਲੱਗਾ ਵੀ ਸਰਨਾ ਸਾਹਿਬ ਜਿਹੜੇ ਉਹ ਪਾਕਿਸਤਾਨ ਚਲੇ ਗਏ ਨੇ। ਸ਼ਾਇਦ ਇਹਨਾਂ ਨੇ ਜਿਹੜਾ ਕਿਹਾ ਵਾ, ਉੱਥੋਂ ਦੀ ਸਰਕਾਰ ਨੇ ਚਿੱਠੀ ਦੇ ਦਿੱਤੀ। ਔਕਾਫ ਬੋਰਡ ਸਰਕਾਰੀ ਹੈ, ਉੱਥੋਂ ਦੀ ਕਮੇਟੀ ਸਰਕਾਰੀ ਹੈ।
ਦੇ ਉਹਨਾਂ ਨੇ ਦੋਵਾਂ ਚਿੱਠੀ ਦੇ ਦਿੱਤੀ ਤੇ ਮੇਰੇ ਖਿਆਲ ਸਰਕਾਰ ਦੀ ਲੋੜ ਹੀ ਰਹਿ ਜਾਂਦੀ ਤੇ ਮੇਰੇ ਖਿਆਲ ਜੇ ਉਹ ਗਿਆ ਤੇ ਸ਼ਾਇਦ ਸਰਕਾਰ ਕੋਲੋਂ ਲੈਟਰ ਲੈ ਆਉਣਗੇ ਜੀ ਤੇ ਫਿਰ ਸਸਤਾ ਸਾਦਾ ਕੀ ਰੋਕ ਹੋਊਗਾ, ਫਿਰ ਕੀ ਬਹਾਨਾ ਬਣਾਉਣਗੇ, ਉਹ ਆਉਣ ਵਾਲਾ ਸਮਾਂ ਦੱਸੇਗਾ। ਜੀ ਪਾਟੀ ਸਾਹਿਬ, ਭਾਈ ਬਲਵੰਤ ਸਿੰਘ ਰਾਜੋਆਣਾ ਜਿਹੜੇ ਲੰਮੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ, ਉਹਨਾਂ ਨੂੰ ਜਿਹੜੀ ਫਾਂਸੀ ਦੀ ਸਜ਼ਾ ਹੈ ਉਸ ਦੇ ਉੱਤੇ ਰਾਸ਼ਟਰਪਤੀ ਦੀ ਰੋਕ ਲੱਗੀ ਹੋਈ ਹੈ, ਪਰ ਬੀਤੇ ਦਿਨੀ ਲੁਧਿਆਣਾ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਨੇ ਰਵਨੀਤ ਸਿੰਘ ਬਿੱਟੂ, ਉਹਨਾਂ ਵੱਲੋਂ ਪਾਰਲੀਮੈਂਟ ਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਬਲਵੰਤ ਸਿੰਘ ਰਾਜੋਆਣਾ ਨੂੰ ਜਲਦ ਤੋਂ ਜਲਦ ਫਾਂਸੀ ਜਿਹੜੀ ਆ ਉਹ ਲਗਾਈ ਜਾਵੇ। ਸੋ ਇਸ ਦੇ ਉੱਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਹੋਇਆ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਕਿ ਦੇਸ਼ ਦੇ ਵਿੱਚ ਦੋਹਰਾ ਕਾਨੂੰਨ ਚੱਲਦਾ ਆ। ਉੱਧਰ ਦਿੱਲੀ ਦੇ ਵਿੱਚ ਜਿਹੜੇ ਸਿੱਖਾਂ ਨੂੰ ਮਾਰਿਆ ਗਿਆ ਆ, ਉਹਨਾਂ ਦੇ ਵਿੱਚੋਂ ਕਿਹੜੇ ਲੀਡਰ ਨੂੰ ਜਿਹੜੀ ਆ ਜਿਨ੍ਹਾਂ ਦਾ ਉਸ ਦੇ ਵਿੱਚ ਹੱਥ ਸੀਗਾ ਫਾਂਸੀ ਹੋਈ ਆ, ਜਾਂ ਅਕਾਲ ਤਖਤ ਢਾਉਣ ਵਾਲਿਆਂ ਚੋਂ ਕਿਸ ਨੂੰ ਫਾਂਸੀ ਹੋਈ ਆ। ਸੋ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਦੁਆਰਾ ਵੀ ਕੀਤੀਆਂ ਗਈਆਂ। ਸੋ ਇਸ ਸਮੁੱਚੀ ਗੱਲਬਾਤ ਨੂੰ ਤੁਸੀਂ ਕਿਵੇਂ ਦੇਖਦੇ ਹੋ? ਜਿਹੜੀ ਰਾਜੋਆਣਾ ਸਾਹਿਬ ਨੂੰ ਫਾਂਸੀ ਲਾਉਣ ਦੀ ਗੱਲ ਕੀਤੀ ਗਈ ਹੈ ਜੀ, ਜਿਹੜੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇ ਸ਼ਾਮਲ ਸੀਗੇ, ਇੱਕ ਵਾਹਿਦ ਵਿਅਕਤੀ ਹੈ ਰਾਜੋਆਣਾ ਜੀ, ਜਿਹਨੇ ਆਪਣਾ ਜਿਹੜਾ ਸੈਸ਼ਨ ਕੋਰਟ 'ਚ ਕੋਈ ਵਕੀਲ ਨਹੀਂ ਕੀਤਾ। ਉਹਨੇ ਕਿਹਾ ਜੀ ਮੈਂ ਕਤਲ ਕੀਤਾ, ਮੈਂ ਆਪਣਾ ਜੁਰਮ ਕਬੂਲ ਕਰਦਾ, ਤੁਸੀਂ ਆਪਣੀ ਫਾਂਸੀ ਦੇ ਰਸਤੇ ਜਿਹੜੇ ਸੀ ਉਹ ਮਜ਼ਬੂਤ ਕਰੋ ਜੀ। ਉਹਨੇ ਕੋਈ ਅਪੀਲ ਨਹੀਂ ਕੀਤੀ, ਕੋਈ ਦਲੀਲ ਨਹੀਂ ਕੀਤੀ। ਜਿਹੜੇ ਬਾਕੀ ਸੀ ਹਵਾਰੇ ਉਹਦੀ, ਉਹਨਾਂ ਅਪੀਲਾਂ ਵੀ ਕੀਤੀਆਂ, ਦਲੀਲਾਂ ਵੀ ਕੀਤੀਆਂ, ਜਿਨ੍ਹਾਂ ਕਰਕੇ ਅਜੇ ਤੱਕ ਕੇਸ ਲਟਕਿਆ ਪਿਆ ਜੀ। ਰਾਜੋਆਣੇ ਨੂੰ ਪਹਿਲਾਂ ਵੀ ਨਾ ਰੌਲਾ ਪਿਆ ਸੀ ਫਾਂਸੀ ਲਾਈ ਜਾਵੇ, ਰਵਨੀਤ ਬਿੱਟੂ ਹੋਰਾਂ ਨੇ 2012 ਦੇ ਵਿੱਚ ਰਾਜੋਆਣਾ ਨੂੰ ਫਾਂਸੀ ਲਾਉਣ ਵਾਸਤੇ ਜਿਹੜੇ ਸੀ ਵਾਰੰਟ ਵੀ ਜਾਰੀ ਹੋ ਗਏ ਸੀ ਜੀ। ਵਾਰੰਟ ਜਾਰੀ ਹੋਣ ਤੋਂ ਬਾਅਦ ਉਹ ਜਿਹੜੀ ਪਟਿਆਲਾ ਜੇਲ੍ਹ 'ਚ ਪੁੱਜ ਗਏ ਸੀ ਫਾਂਸੀ ਲਾਈ ਜਾਵੇ ਜੀ, ਲੇਕਿਨ ਉੱਥੋਂ ਦਾ ਜੇਲ੍ਹ ਰਲ ਗਿਆ ਸੀ। ਉਹਨੇ ਕਿਹਾ ਜੀ ਮਾਮਲਾ ਚੰਡੀਗੜ੍ਹ ਦਾ ਵਾ, ਇਸ ਜੇਲ੍ਹ 'ਚ ਫਾਂਸੀ ਨਹੀਂ ਲੱਗੇਗੀ, ਮੈਨੂੰ ਡਿਸਮਿਸ ਕਰਨਾ ਕਰ ਦਿਓ, ਮੇਰੇ 'ਤੇ ਮੁਕੱਦਮਾ ਦਰਜ ਕਰਨਾ, ਜੋ ਮਰਜ਼ੀ ਕਰਨਾ ਕਰ ਲਓ ਤੁਸੀਂ ਜੀ, ਮੈਂ ਫਾਂਸੀ ਨਹੀਂ ਲਾਊਂਗਾ ਜੀ। ਰੌਲਾ ਪੈ ਗਿਆ। ਉਸ ਰੌਲੇ ਪੈਣ ਦੇ ਵਿੱਚ ਮੈਨੂੰ ਯਾਦ ਆ 29 ਮਾਰਚ ਸ਼ਾਇਦ 2012 ਦੀ ਗੱਲ, ਉਦੋਂ ਸਰਕਾਰ ਦੂਜੀ ਵਾਰੀ ਦੁਬਾਰਾ ਅਕਾਲੀ ਦਲ ਦੀ ਨਵੀਂ ਬਣੀ ਸੀਗੀ ਜੀ। ਪੂਰੇ ਪੰਜਾਬ ਦੇ ਵਿੱਚ ਸਿੱਖਾਂ ਨੇ ਬੰਦ ਦਾ ਇੱਕ ਕਾਲ ਦਿੱਤੀ ਸੀ, ਪ੍ਰੋਟੈਸਟ ਕੀਤਾ ਸੀਗਾ, ਸ਼ਾਂਤਮਈ ਪ੍ਰੋਟੈਸਟ ਸੀਗਾ। ਉਸ ਕਾਲ ਦੇ ਵਿੱਚ ਜਦੋਂ ਗੁਰਦਾਸਪੁਰ ਦੇ ਵਿੱਚ ਕੁਛ ਹਿੰਦੂ ਜਿਹੜੇ ਸੀ ਆਪਣੇ ਸ਼ਿਵ ਸੈਨਾ ਵਾਲੇ, ਉਹਨਾਂ ਦੀ ਸ਼ਹਿਰ ਦੇ ਉੱਤੇ ਗੋਲੀ ਚਲਾਈ ਗਈ ਜੀ। ਨਿਹੱਥੇ ਮੁੰਡਿਆਂ ਦੇ ਉੱਤੇ ਗੋਲੀ ਚਲਾ ਕੇ ਕੁਝ ਫੱਟੜ ਕੀਤੇ ਗਏ ਤੇ ਉਹਦੇ ਵਿੱਚ ਜਸਪਾਲ ਸਿੰਘ ਚੌੜ ਸਿੱਧੂਆ ਕੱਲਾ ਮਾਂ ਪਿਓ ਦਾ ਪੁੱਤ ਸੀ ਮਾਰਿਆ। ਬਿਲਕੁਲ ਉਹਦੇ ਸੰਸਕਾਰ ਦੇ ਉੱਤੇ ਪੰਜਾਬ ਭਰ ਤੋਂ ਨਹੀਂ ਵਿਦੇਸ਼ਾਂ ਤੋਂ ਦੁਨੀਆ ਆਈ। ਉਹਦੇ ਜਿਹੜਾ ਸੀ ਆਪਣਾ ਸ਼ਰਧਾਂਜਲੀ ਸਮਾਗਮ, ਉਹ 'ਤੇ ਬੜੀ ਦੁਨੀਆ ਆਈ। ਬੜੇ ਦਾਅਵੇ ਕੀਤੇ ਗਏ, ਲੇਕਿਨ 5 ਸਾਲਾਂ ਦੇ ਵਿੱਚ ਅਕਾਲੀ ਸਰਕਾਰ ਨੇ ਜਿੰਨੇ ਗਵਾਹ ਸੀ ਉਹ ਮੁਕਰਾ ਦਿੱਤੇ। ਉੱਥੋਂ ਦਾ ਜਿਹੜਾ ਮੰਤਰੀ ਸੀ ਗੁਰਬਚਨ ਸਿੰਘ ਬੱਬੇ ਹਲੀ, ਉਹਦੇ 'ਤੇ ਵੀ ਕਾਫੀ ਜਿਹੜਾ ਸੀ ਰੌਲਾ ਪਿਆ। ਉਹਦੇ 'ਤੇ ਫਿਰ ਉਹਦੀ ਜਦੋਂ ਵੋਟਾਂ ਮੰਗਣ ਗਿਆ 2017-14 ਦੇ ਵਿੱਚ ਜੀ, ਉਹਦੇ ਗੱਡੀ ਦੇ ਉੱਤੇ ਫਿਰ ਜਿਹੜੀ ਚੌੜ ਸਭਾ ਸੀ ਉਹਦੀ ਮਾਂ ਨੇ ਜਿਹੜੇ ਸੀ 76 ਨਾਲ ਵਾਰ ਕੀਤੇ। ਇਹ ਆਪ ਤਾਂ ਵੱਜ ਗਿਆ, 76 ਗੱਡੀ 'ਤੇ ਵੱਜਾ। ਰੋਜ਼ ਸੀ ਮੇਰਾ ਪੁੱਤ ਜਿਹੜਾ ਨਜਾਇਜ਼ ਮਾਰਿਆ ਤੁਸੀਂ ਜੀ, ਲੇਕਿਨ ਉਹਦੇ ਗਵਾਹ ਨੂੰ ਬਿਠਾ ਕੇ ਉਹਦੇ ਪਰਿਵਾਰ ਨੂੰ ਦਬਾ ਕੇ ਉਹ ਕੇਸ ਦਬਾ ਦਿੱਤਾ ਅਕਾਲੀ ਸਰਕਾਰ ਨੇ। ਹੁਣ ਉਹਦੇ ਰਾਜੋਆਣੇ 'ਤੇ ਜੀ ਉਸ ਟਾਈਮ ਦੇ ਲੋਕਾਂ ਨੇ ਕਿਹਾ ਸੀ ਵੀ ਜਿਹੜੀ ਘਟਨਾ ਵਾਪਰ ਗਈ। ਬੇਅੰਤ ਸਿੰਘ ਦੇ ਰਾਜ ਦੇ ਵਿੱਚ ਜਿਹੜੇ ਮੁੰਡੇ ਘਰਾਂ ਚੁੱਕ ਕੇ ਮਾਰੇ ਗਏ ਸੀ, ਉਹਨਾਂ ਦਾ ਕੀ ਜਵਾਬ ਦਿੰਦੇ ਹੋ ਤੁਸੀਂ? ਇਸ ਕਰਕੇ ਜੇ ਨਲਿਨੀ ਸਿੰਘ ਨੂੰ ਜਾ ਕੇ ਕਹਿ ਸਕਦੀ ਆ ਆਪਣੀ ਪ੍ਰਿੰਕਾ ਗਾਂਧੀ ਵੀ ਤੈਨੂੰ ਮਾਫ ਕੀਤਾ, ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕਤਲ ਸ਼ਾਮਲ ਜਿਹੜੀ ਆ, ਤੇ ਫਿਰ ਇਹਦੇ ਰਾਜੋਆਣੇ ਨੂੰ ਕੀ ਕੀਤਾ ਜਾ ਸਕਦਾ ਜੀ। ਬੜਾ ਲੋਕਾਂ ਨੇ ਜ਼ੋਰ ਲਾਇਆ ਸੀਗਾ, ਲੇਕਿਨ ਹੁਣ ਦੌਰਾ ਬਿੱਟੂ ਨੂੰ ਕਿਉਂ ਪੈ ਗਿਆ ਇਹ ਨਹੀਂ ਪਤਾ ਕਿ ਇਹਨੂੰ ਫਾਂਸੀ ਲਾਈ ਜਾਵੇ। ਠੀਕ ਆ, ਉਹਦੀ ਮੰਗ ਠੀਕ, ਉਹਦੇ ਦਾਦੇ ਨੇ ਜਿਹੜਾ ਸੀ ਉਹ ਮਾਰਿਆ ਗਿਆ ਸੀਗਾ, ਲੇਕਿਨ ਇਹ ਕਾਨੂੰਨੀ ਪ੍ਰਕਿਰਿਆ ਵਾ। ਸ਼੍ਰੋਮਣੀ ਕਮੇਟੀ ਨੇ ਜਿਹੜੀ ਰਾਜੋਆਣੇ ਦੀ ਅਪੀਲ ਨਹੀਂ ਪਾਈ ਜੀ, ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਮਾਤ, ਉਹਨਾਂ ਨੇ ਇਹਦੀ ਜਿਹੜੀ ਆ ਫਾਂਸੀ ਦੀ ਮਾਫੀ ਦੀ ਸਜ਼ਾ ਅਪੀਲ ਪਾਈ ਜੀ। ਉਹ ਅਜੇ ਵਿਚਾਰਧੀਨ ਆ, ਜਦੋਂ ਉਹਦਾ ਫੈਸਲਾ ਹੋਏਗਾ ਫਿਰ ਪਤਾ ਲੱਗੇਗਾ ਵੀ ਉਹਦੀ ਫਾਂਸੀ ਲੱਗਦੀ ਕਿ ਨਹੀਂ ਲੱਗਦੀ। ਲੇਕਿਨ ਉਹਦੇ ਬਿਲਕੁਲ ਜਿਹੜੇ ਸਵਾਲ ਵੈਲਿਡ ਜੀ 1984 ਦੇ ਵਿੱਚ ਜਿਹੜੇ ਮਾਰੇ ਗਏ ਦਿੱਲੀ ਦੇ ਵਿੱਚ, ਕਿੰਨੇ ਬੰਦੇ ਫੜ ਕੇ ਅੰਦਰ ਦਿੱਤੇ ਤੁਸੀਂ? ਇਸ ਕਰਕੇ ਮੈਂ ਸੋਚਦਾ ਵੀ ਉਹਨੇ ਗੱਲ ਕਿਹਾ ਵੀ ਬਿੱਟੂ ਇਹ ਮੁੱਦੇ ਉਠਾਵੇ, ਮੈਨੂੰ ਫਾਂਸੀ ਲਾ ਦਿਓ, ਆਈ ਐਮ ਫੁਲੀ ਪ੍ਰੀਪੇਅਰਡ ਜੀ। ਉਹਨੇ ਕਦੀ ਨਹੀਂ ਕਿਹਾ ਫਾਂਸੀ ਲਾਓ, ਉਹਦਾ ਮੈਂ ਫਾਂਸੀ ਲੱਗਣ ਲਈ ਤਿਆਰ ਹਾਂ। ਕੁਲਦੀਪ ਨਈਅਰ ਨੇ ਇੱਕ ਆਰਟੀਕਲ ਲਿਖਿਆ ਸੀ, ਕਈ ਅਖਬਾਰਾਂ ਛਪਿਆ ਸੀਗਾ ਵੀ ਰਾਜੋਆਣੇ ਨੂੰ ਫਾਂਸੀ ਲਾ ਕੇ ਸਿੱਖਾਂ ਦੀ ਸ਼ਹੀਦਾਂ ਦੀ ਕਤਾਰ ਨੂੰ ਹੋਰ ਲੰਮੇਰਾ ਨਾ ਕੀਤਾ ਜਾਵੇ। ਇਹ ਵੀ ਇੱਕ ਕਾਰਨ ਬਣਿਆ ਸੀ ਉਹਦੀ ਫਾਂਸੀ ਰੋਕਣ ਦਾ। ਤੇ ਮੈਂ ਸੋਚਦਾ ਵੀ ਰਾਜੋਆਣੇ ਦਾ ਆਪਣੀ ਜਗ੍ਹਾ 'ਤੇ ਠੀਕ ਹੈ।
ਰਵਨੀਤ ਬਿੱਟੂ ਨੂੰ ਚਾਹੀਦਾ ਵੀ ਉਹ ਨਲਿਨੀ ਜਿੱਦਾਂ ਰਾਜੀਵ ਗਾਂਧੀ ਤੇ ਪ੍ਰਿੰਕਾ ਗਾਂਧੀ ਨੇ ਕੀਤਾ, ਉਹਦੀ ਪਾਰਟੀ ਦੀ ਲੀਡਰ ਆ, ਉਹਨੂੰ ਵੀ ਇੱਕ ਰਾਜ ਸਭਾ 'ਚ ਲੋਕ ਸਭਾ 'ਚ ਕਹਿਣਾ ਚਾਹੀਦਾ ਵੀ ਅਸੀਂ ਮਾफ़ ਕੀਤਾ ਜਿਨ੍ਹਾਂ ਨੂੰ। ਮਾਫੀ ਤਾਂ ਨਹੀਂ ਵੱਡੀ ਗੱਲ ਹੁੰਦੀ ਹੈ, ਮਾफ़ ਕੀਤਾ ਤੁਸੀਂ ਰਾਜੋਆਲ ਨੂੰ ਛੱਡ ਦਿਓ, ਫਿਰ ਰਾਜੋਆਲ ਨੂੰ ਪ੍ਰੋਬਲਮ ਮਿਲ ਸਕਦੀ ਹੈ ਜੀ। ਬੜੀ ਸਾਹਿਬ, ਕੈਪਟਨ ਅਮਰਿੰਦਰ ਸਿੰਘ ਦੀ ਦੁਬਾਰਾ ਜੇ ਮੈਂ ਗੱਲ ਕਰਾਂ ਨਵਜੋਤ ਸਿੰਘ ਸਿੱਧੂ ਵਾਲੇ ਮਾਮਲੇ ਦੇ ਉੱਤੇ, ਤਾਂ ਕੈਪਟਨ ਅਮਰਿੰਦਰ ਸਿੰਘ ਵੀ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ। ਪਹਿਲਾਂ ਉਹਨਾਂ ਨੇ ਫੈਸਲਾ ਤਾਂ ਲੈ ਲਿਆ ਮਹਿਕਮਾ ਬਦਲਣ ਦਾ, ਸਿੱਧੂ ਦੇ ਖਿਲਾਫ ਹੀ ਕੁਝ ਬਿਆਨਬਾਜ਼ੀ ਉਹਨਾਂ ਨੇ ਕਰ ਦਿੱਤੀ, ਅਤੇ ਹੁਣ ਦਿੱਲੀ ਗੇੜੇ ਉਹਨਾਂ ਦੇ ਲੱਗ ਰਹੇ ਆ, ਕਿਉਂਕਿ ਸਿੱਧੂ ਦੁਆਰਾ ਜਿਹੜੀ ਗੱਲ ਅਸੀਂ ਪਹਿਲਾਂ ਕੀਤੀ ਆ, ਸਭ ਤੋਂ ਪਹਿਲਾਂ ਕਿ ਸੂਚੀ ਇੱਕ ਸੌਂਪੀ ਗਈ ਹੈ 3 ਦਰਜਨ ਵਿਧਾਇਕਾਂ ਦੀ। ਸੋ ਉਸ ਚੀਜ਼ ਨੂੰ ਲੈ ਕੇ ਜਿਹੜੀ ਆ ਉਹ ਕਿਵੇਂ ਹੁਣ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਆਮ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਇੰਨੇ ਕਿ ਆਰਾਮ ਪ੍ਰਸਤ ਆ, ਕਹਿ ਦਿੰਦੇ ਜੀ ਪ੍ਰਧਾਨ ਮੰਤਰੀ ਸਾਹਿਬ ਟਾਈਮ ਨਹੀਂ ਦਿੰਦੇ, ਮੰਤਰੀ ਸਾਹਿਬ ਟਾਈਮ ਨਹੀਂ ਦਿੰਦੇ, ਇਸ ਕਰਕੇ ਲੈਟਰ ਪਾਤੀ ਜੀ ਅਸੀਂ। ਅਤੇ ਜਦੋਂ ਇਹਨਾਂ ਦੇ ਪੈਰ ਛੱਡਦੇ ਆ ਨਾ, ਉਹ ਬਾਂਦਰੀ ਨੂੰ ਆਪਣੇ ਬੱਚੇ ਪੈਰ ਥੱਲੇ ਲੈ ਲੈਂਦੇ ਆ। ਹੁਣ ਇਹਨਾਂ ਦੇ ਪੈਰ ਛੱਡਣ ਲੱਗੇ ਆ, ਹੁਣ ਇਹਨਾਂ ਨੂੰ ਪਤਾ ਲੱਗਾ ਇਲਾਜ ਕਿਵੇਂ ਕਰਨਾ ਸੀ ਜੀ। ਕਿਉਂਕਿ ਜੇ ਹੁਣ ਇਹ ਕੋਈ ਕਾਰਵਾਈ ਨਹੀਂ ਕਰਦੀ, ਅਤੇ ਜੇ ਕਿਤੇ ਹਾਈ ਕਮਾਂਡ ਕੋਈ ਐਕਸ਼ਨ ਲੈ ਲੈਂਦੀ ਆ ਤਾਂ ਇਹਨਾਂ ਲਈ ਸਿਰਦਰਦੀ ਬਣੇਗਾ। ਤੁਹਾਨੂੰ ਪਤਾ ਜਦੋਂ ਬਾਜਵੇ ਨੂੰ ਪ੍ਰਧਾਨਗੀ ਤੋਂ ਲਾਉਣਾ ਸੀਗਾ ਜੀ, ਉਸ ਟਾਈਮ ਦੇ ਕੁਝ ਬੁੱਧੀਜੀਵੀ ਅਤੇ ਪਰਮਜੀਤ ਸਿੰਘ ਸਰਨਾ ਨੂੰ ਬੁਲਾਇਆ ਸੀ ਆਪਣੀ ਸੋਨੀਆ ਗਾਂਧੀ ਨੇ। ਉਹਨੇ ਕਿਹਾ ਜੀ ਸਿੱਖਾਂ ਦਾ ਜਿਹੜਾ ਰੋਸ ਆ ਸਾਡੇ ਖਿਲਾਫ ਪੈਦਾ ਹੋਇਆ, ਪਰਿਵਾਰ ਦੇ ਖਿਲਾਫ, ਕਾਂਗਰਸ ਨੂੰ ਉਹਨੂੰ ਦੂਰ ਕਿਵੇਂ ਕੀਤਾ ਜਾ ਸਕਦਾ। ਉਹ ਤਾਂ ਗੱਲਬਾਤ ਹੋਣੀ ਸੀ। ਮਨਜੀਤ ਸਿੰਘ ਕਲਕੱਤਾ ਜਿਹੜਾ ਉਹ ਬੜਾ ਦਫਸਲਾ ਬੰਦਾ ਸੀਗਾ ਜੀ, ਉਹਨੇ ਇਹ ਗੱਲ ਲੀਕ ਕਰਤੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਦੱਸਦਾ ਵੀ ਆਹ ਗੱਲ ਲਈ, ਅਤੇ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਬੰਦੇ ਜਾਣੇ ਸੀਗੇ 3-4 ਬੁੱਧੀਜੀਵੀ ਹੋਰ ਸੀ, ਕਾਹਨੂੰ ਨਾਲ ਲੈਣਾ ਆਪਾਂ ਉਹਨਾਂ ਦਾ, ਨਾਲ ਸਰਨਿਆਂ ਨੂੰ ਕਿਹਾ ਵੀ ਤੁਸੀਂ ਮੇਰੀ, ਸਰਨਿਆਂ ਨੂੰ ਨਹੀਂ ਕਿਹਾ, ਉਹਨਾਂ ਬੁੱਧੀਜੀਵੀ ਨੂੰ ਕਿਹਾ ਵੀ ਸਰਨਿਆਂ ਨੂੰ ਜਾ ਰਹੇ ਹੋ, ਮੇਰੀ ਪ੍ਰਧਾਨਗੀ ਦੀ ਗੱਲ ਕਰਿਓ ਉੱਥੇ ਤੁਸੀਂ। ਅਤੇ ਸਰ ਨੇ ਜਦੋਂ ਕਿਹਾ, ਸਰ ਨੇ ਕਹਿੰਦੇ ਵੀ ਜੇ ਤੇ ਕੋਈ ਗੱਲ ਚੱਲੂਗੀ ਤਾਂ ਜ਼ਰੂਰ ਕਰਾਂਗੇ ਉੱਥੇ। ਉਸ ਟਾਈਮ ਦੇ ਉੱਤੇ ਇਹਨੂੰ ਸੁਝਾਅ ਦਿੱਤਾ ਸੀ ਵੀ ਤੁਸੀਂ ਜਿਹੜੀ ਆ ਪਾਰਲੀਮੈਂਟ 'ਚ ਮਾਫੀ ਮੰਗੋ ਆਪਣੀ, ਵੀ ਆ ਜਿਹੜੀ ਹੋਇਆ ਵਾ ਗਲਤ ਹੋਇਆ, ਅਸੀਂ ਉਹਦੀ ਮਾਫੀ ਚਾਹੁੰਦੇ ਹਾਂ ਜੀ। ਉਹਦੀ ਨਤੀਜਾ ਸੀ ਵੀ ਜਦੋਂ ਡਾਕਟਰ ਮਨਮੋਹਨ ਸਿੰਘ ਨੇ ਮਾਫੀ ਮੰਗੀ। ਹੁਣ ਆਪਾਂ ਗੱਲ ਕਰਦੇ ਡੈਮੇਜ ਕੰਟਰੋਲ ਦੀ। ਜਦੋਂ ਪ੍ਰਤਾਪ ਸਿੰਘ ਬਾਜਵਾ ਬਣਿਆ ਵਾ ਪ੍ਰਧਾਨ ਕਾਂਗਰਸ ਦਾ, ਜੇ ਉਹਨੇ 2 ਰੈਲੀਆਂ ਕੀਤੀਆਂ ਅਤੇ ਕੈਪਟਨ ਨੇ 4 ਰੈਲੀਆਂ ਬਰਾਬਰ 'ਤੇ ਕੀਤੀਆਂ। ਜੇ ਉਹਨੇ 4 ਮੀਟਿੰਗਾਂ ਕੀਤੀਆਂ ਅਤੇ ਕੈਪਟਨ ਨੇ 8 ਕੀਤੀਆਂ ਆਪਣੇ ਲੈਵਲ ਦੇ ਉੱਤੇ, ਵੀ ਆਪਣੀ ਸ਼ਕਤੀ ਵਿਖਾਉਣ ਵਾਸਤੇ ਵੀ ਲੋਕ ਮੇਰੇ ਨਾਲ ਜ਼ਿਆਦਾ ਹੈਗੇ ਆ। ਹੁਣ ਵੀ ਜਿਹੜੀ ਆ ਉਹ ਕੈਪਟਨ ਅਮਰਿੰਦਰ ਸਿੰਘ ਧਮਕੜੇ ਪਏ ਨੇ, ਹਫ਼ਤੇ 'ਚ 2 ਵਾਰੀ ਦਿੱਲੀ ਜਾ ਆਏ ਨੇ, ਕਈ ਮੰਤਰੀਆਂ ਨੂੰ ਮਿਲੇ, ਕਈ ਸੰਤਰੀਆਂ ਨੂੰ ਮਿਲੇ ਆ, ਨਾਲ ਉਹ ਕਹੇ ਆ ਜੀ ਸਾਡਾ ਏਮ ਜੇ ਘੁਰ ਬਣਾ ਦਿਓ, ਸਾਡੀ ਜਿਹੜੀ ਉਹ ਪਿੰਮਸ ਦੀ ਹੈਗੀ ਹੈ ਤੁਹਾਡੀ ਆਪਣੀ ਜਲੰਧਰ ਬਣੀ ਪਈ 250 ਕਰੋੜ ਦੀ ਸਾਡੀ ਜਿਹੜੀ ਇੱਕ ਇਮਾਰਤ ਬਣੀ ਪਈ ਆ, ਉਹਦੇ ਵਿੱਚ ਤੁਸੀਂ 1000 ਕਰੋੜ ਲਾਉਣਾ, ਤੁਹਾਡਾ 750 ਕਰੋੜ ਛੱਡ ਜਾਣਾ ਵਾ। ਹੈਲਥ ਮਿਨਿਸਟਰ ਹਰਸ਼ਵਰਧਨ ਨੂੰ ਮਿਲੇ ਆ, ਹਿਊਮਨ ਰਿਸੋਰਸਿਸ ਨੂੰ ਮਿਲੇ ਆ, ਮੁੱਖ ਪ੍ਰਧਾਨ ਮੰਤਰੀ ਨੂੰ ਮਿਲੇਗਾ ਵੀ ਨਸ਼ਿਆਂ ਦੇ ਉੱਤੇ ਤੁਸੀਂ ਜਿਹੜੀ ਸਿੱਖ ਆਲ CMs ਦੀ ਮੀਟਿੰਗ ਕਾਲ ਕਰੋ ਨੈਸ਼ਨਲ ਲੈਵਲ 'ਤੇ। ਸਰ ਮਤਲਬ ਇਹ ਕੰਮ ਸ਼ੁਰੂ ਕੀਤੇ ਆ। ਜੇ ਕਿਤੇ ਸਿੱਧੂ ਇਹਦੇ ਵਿੱਚ ਨਾ ਹੁੰਦਾ ਤੇ ਸ਼ਾਇਦ ਇਹ ਕੰਮ ਨਾ ਹੁੰਦੇ। ਅਗਲੀ ਗੱਲ, ਆਮ ਆਦਮੀ ਪਾਰਟੀ ਵੱਲੋਂ ਮੋਰਚਾ ਲਾਇਆ ਗਿਆ ਜਿਹੜੇ ਬਿਜਲੀ ਦੇ ਰੇਟਸ ਬਾਰੇ, ਭਾਵੇਂ ਗਿਣਤੀ ਉਹਦੀ ਘੱਟ ਹੋਵੇ ਜਾਂ ਵੱਧ ਹੋਵੇ, ਉਹਨਾਂ ਹਰ ਜ਼ਿਲ੍ਹੇ 'ਚ ਮੋਰਚਾ ਸ਼ੁਰੂ ਕੀਤਾ ਵਾ। ਉਹ ਵੀ ਸਿੱਧੂ ਦੀ ਜੰਗ 'ਚੋਂ ਨਿਕਲਿਆ ਵਾ। ਜੇ ਕਿਤੇ ਸਮਝ ਲਓ ਵੀ ਕੱਲ੍ਹ ਨੂੰ ਭਾਵੇਂ ਰੁਪਈਆ ਜਾਂ 50 ਪੈਸੇ ਰੇਟ ਘਟਦੇ ਨੇ, ਉਹ ਵੀ ਸਿੱਧੂ ਦੇ ਖਾਤੇ 'ਚ ਪੈਣਗੇ ਕਿ ਸਿੱਧੂ ਨੇ ਜਿਹੜੀ ਜੰਗ ਵਿੱਢੀ ਸੀ ਉਹਦੇ ਕਰਕੇ ਰੇਟ ਘਟੇ ਆ, ਨਾ ਕਿ ਆਪ ਦੇ ਕਰਕੇ ਹਟੇ ਆ। ਇਸ ਕਰਕੇ ਕੈਪਟਨ ਸਾਹਿਬ ਧਮਕੜੇ ਪੈ ਦੇ। ਹੁਣ ਕਦੀ ਇੱਕ ਲੱਤ ਚੰਡੀਗੜ੍ਹ ਹੁੰਦੀ ਆ, ਇੱਕ ਲੱਤ ਪਟਿਆਲੇ ਹੁੰਦੀ ਆ, ਇੱਕ ਰੂਸਾ ਕੋਲ ਹੁੰਦੀ ਆ, ਇੱਕ ਉਹਨਾਂ ਦੀ ਫਿਰ ਜਿਹੜੀ ਉਹ ਦਿੱਲੀ ਹੁੰਦੀ ਹੈ ਜੀ। ਭੱਟੀ ਸਾਹਿਬ, ਗੱਲ ਕਰੀਏ ਪਾਕਿਸਤਾਨ ਦੀ, ਤਾਂ ਪਾਕਿਸਤਾਨ ਨੇ ਏਅਰ ਸਪੇਸ ਖੋਲ੍ਹ ਦਿੱਤੀ ਆ, ਜਿਹੜੀ ਕਿ ਕਾਫੀ ਮਹੀਨਿਆਂ ਤੋਂ ਬੰਦ ਪਈ ਸੀਗੀ। ਜਦੋਂ ਪੁਲਵਾਮਾ ਅਟੈਕ ਹੋਇਆ ਆ, ਉਸ ਤੋਂ ਬਾਅਦ ਦੇ ਵਿੱਚ ਬਾਲਾਕੋਟ ਦੇ ਵਿੱਚ ਜੋ ਕੁਝ ਹੋਇਆ ਆ, ਭਾਰਤ ਦਾ ਇੱਕ ਜਿਹੜਾ ਜਹਾਜ਼ ਸੀਗਾ ਜੰਗੀ, ਉਹ ਵੀ ਸੁੱਟ ਲਿਆ ਗਿਆ ਸੀ ਪਾਕਿਸਤਾਨ ਦੇ ਵੱਲੋਂ। ਬਾਅਦ ਦੇ ਵਿੱਚ ਉਹਨਾਂ ਨੇ ਏਅਰ ਸਪੇਸ ਬੰਦ ਕਰ ਦਿੱਤੀ ਕਿ ਕੋਈ ਜਹਾਜ਼ ਜੇਕਰ ਸਾਡੇ ਵੱਲ ਆਇਆ ਤਾਂ ਅਸੀਂ ਉਹਨੂੰ ਵੀ ਸੁੱਟ ਲਵਾਂਗੇ। ਸੋ ਹੁਣ ਉਹਨਾਂ ਨੇ ਦੁਬਾਰਾ ਇਸ ਦੇ ਉੱਤੇ ਫੈਸਲਾ ਲੈਂਦਿਆਂ ਏਅਰ ਸਪੇਸ ਖੋਲ੍ਹ ਦਿੱਤੀ ਹੈ, ਜਿਸ ਦੇ ਨਾਲ ਸੁੱਖ ਦਾ ਸਾਹ ਜਿਹੜਾ ਏਅਰ ਇੰਡੀਆ ਨੇ ਵੀ ਲਿਆ ਆ, ਕਿਉਂਕਿ ਜਿਹੜੀਆਂ ਫਲਾਈਟਾਂ ਯੂਰਪ ਜਾਂ UK ਨੂੰ ਜਾਂਦੀਆਂ ਸੀਗੀਆਂ, ਉਹਨਾਂ ਨੂੰ ਕਾਫੀ ਜ਼ਿਆਦਾ ਵਲ ਕੇ ਜਾਣਾ ਪੈਂਦਾ ਸੀਗਾ। ਸੋ ਇਹ ਵੀ ਇੱਕ ਚੰਗਾ ਫੈਸਲਾ ਕਿਹਾ ਜਾ ਸਕਦਾ ਪਾਕਿਸਤਾਨ ਦਾ। ਵੇਖੋ ਜੀ, ਜਿਹੜੀ ਗੱਲ ਤੁਸੀਂ ਕੀਤੀ ਹੈ ਬਿਲਕੁਲ ਠੀਕ। ਵੀ ਮੈਂ ਕਿਹਾ ਸੀ ਵੀ ਕਰਤਾਰਪੁਰ ਲਾਂਘੇ ਦਾ ਖੁੱਲ੍ਹੇਗਾ ਅਤੇ ਇਹਦੇ ਵਿੱਚ ਕਈ ਲਾਂਘੇ ਹੋਰ ਖੁੱਲ੍ਹਣ ਦੀ ਉਮੀਦ ਬੱਝੇਗੀ। ਜਿਹੜੀ ਪਰਸੋਂ ਚੌਥ ਇੱਕ ਮੀਟਿੰਗ ਹੋਈ ਆ ਪਾਕਿਸਤਾਨ ਅਧਿਕਾਰੀਆਂ ਲਾਂਘੇ ਲੈ ਕੇ, ਅਤੇ ਉਹ ਬੜੇ ਸੁਖਾਵੇਂ ਮਾਹੌਲ 'ਚ ਹੋਈ ਹੈ।
ਜੋ ਕੁਛ ਇੰਡੀਆ ਨੇ ਕਿਹਾ ਉਹਨਾਂ ਮੰਨ ਲਿਆ, ਤੇ ਜੋ ਕੁਛ ਉਹਨਾਂ ਦੇ ਅਧਿਕਾਰ ਖੇਤਰ 'ਚ ਨਹੀਂ ਸੀ ਉਹਨਾਂ ਕਿਹਾ ਸੀ ਸਰਕਾਰ ਨਾਲ ਗੱਲ ਕਰਕੇ ਦੱਸ ਦਿਆਂਗੇ ਤੁਹਾਨੂੰ ਜੀ। ਮੈਂ ਸੋਚਦਾ ਉਸ ਤੋਂ ਬਾਅਦ ਜਿਹੜੇ ਸੁਖਾਵੇਂ ਮਾਹੌਲ 'ਚ ਹੋਈ ਆ, ਪਾਕਿਸਤਾਨ ਨੇ ਇਹ ਬਹੁਤ ਚੰਗਾ ਕੀਤਾ ਜਿਹੜਾ ਕੱਲ ਉਹਨਾਂ ਨੇ 에ਅਰ ਸਪੇਸ ਖੋਲ੍ਹ ਦਿੱਤਾ ਜੀ। ਉਹਦੇ ਵਿੱਚ ਉਹਨੂੰ ਵੀ ਫਾਇਦਾ, ਹਾਲੀ ਕਿ ਸਾਡੀ ਸਰਕਾਰ ਨੇ 31 ਮਈ ਨੂੰ ਉਹਨਾਂ ਦੇ 에ਅਰ ਸਪੇਸ ਖੋਲ੍ਹਤਾ ਵੀ ਆ ਜਾਓ ਤੁਸੀਂ, ਕੋਈ ਗੱਲ ਨਹੀਂ ਜੀ। ਉਸ ਟਾਈਮ ਤੇ ਇਹਨਾਂ ਦੱਖਣ ਦਾ ਹਿੱਸਾ ਕੋਈ 11 ਰੂਟ ਖੋਲ੍ਹੇ ਸੀਗੇ ਜੀ, ਲੇਕਿਨ ਕੱਲ ਇਹਦਾ ਪੂਰਾ ਪਾਕਿਸਤਾਨ ਖੋਲ੍ਹ ਦਿੱਤਾ। ਮੈਂ ਸੋਚਦਾ ਵੀ ਉਹ ਲਾਂਘੇ ਦੀ ਮੀਟਿੰਗ ਦੀ ਕਰਾਮਾਤ ਆ, ਸੁਖਾਵੇਂ ਮਾਹੌਲ 'ਚ ਹੋਈ ਆ, ਚੰਗੀ ਗੱਲ ਆ। ਗਾਂ ਜਿਹੜੀ ਡਿਊਟੀ ਲਾਈ 200% ਇੰਡੀਆ ਨੇ, ਜੇ ਉਹ ਵੀ ਪਹਿਲੇ ਸਟੇਜ ਤੇ ਆ ਜਾਂਦੀ ਆ, ਵਪਾਰ ਵੀ ਵਧੇਗਾ, ਪਿਆਰ ਵੀ ਵਧੇਗਾ, ਤੇ ਹੋਣਾ ਚਾਹੀਦਾ। ਤੇ ਮੈਂ ਸੋਚਦਾ ਬੜੀ ਚੰਗੀ ਗੱਲ ਆ। ਸਾਡਾ 491 ਕਰੋੜ ਲੱਖ ਦਾ ਨੁਕਸਾਨ ਹੋਇਆ ਵਾ, ਆਉਣ ਵਾਲੇ ਸਮੇਂ 'ਚ ਨਹੀਂ ਹੋਏਗਾ, ਜਾਂ 4 ਮਹੀਨਿਆਂ 'ਚ ਹੋਇਆ ਵਾ। 에ਅਰ ਇੰਡੀਆ ਨੂੰ ਫਾਇਦਾ ਵਾ, ਜਿਹੜੀਆਂ ਬਾਕੀ 에ਅਰਲਾਈਨ ਸੀ ਉਹਨਾਂ ਨੂੰ ਫਾਇਦਾ ਪਹੁੰਚੇਗਾ, ਚੰਗੀ ਗੱਲ ਆ। ਇਸ ਗੱਲ ਦੀ ਅਸੀਂ ਵਧਾਈ ਦਿੰਦੇ ਹਾਂ, ਪਾਕਿਸਤਾਨ ਨੂੰ ਦਿੰਦੇ ਹਾਂ, ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੰਦੇ ਹਾਂ, ਜਿਨ੍ਹਾਂ ਪਹਿਲਕਦਮੀ 31 ਮਈ ਨੂੰ ਕਰਤੀ ਸੀ ਜੀ। ਭੱਟੀ ਸਾਹਿਬ, ਇੱਕ ਲਾਸਟ ਤੇ ਖਬਰ ਜਿਹੜੀ ਆ ਉਹ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ ਕਿ ਨਿਤਨ ਗਡਕਰੀ ਜਿਹੜੇ ਕਿ ਟਰਾਂਸਪੋਰਟ ਮਿਨਿਸਟਰ ਵੀ ਨੇ, ਤੇ ਉਹਨਾਂ ਨੇ ਕਿਹਾ ਆ ਕਿ ਜਿਹੜੇ ਰੋਡ ਆ ਉਹਨਾਂ ਨੂੰ ਲੈ ਕੇ, ਟੋਲ ਪਲਾਜ਼ਾ ਨੂੰ ਲੈ ਕੇ ਲੋਕਾਂ ਦੀ ਬੜੀ ਮੰਗ ਰਹਿੰਦੀ ਆ ਕਿ ਟੋਲ ਪਲਾਜ਼ੇ ਜਿਹੜੇ ਆ ਉਹ ਬੰਦ ਕੀਤੇ ਜਾਣ, ਟੋਲ ਨਾ ਲਿਆ ਜਾਵੇ। ਪਰ ਉਹਨਾਂ ਨੇ ਕਿਹਾ ਜੇਕਰ ਤੁਹਾਨੂੰ ਚੰਗੀਆਂ ਸੜਕਾਂ ਚਾਹੀਦੀਆਂ ਵਾ ਤੇ ਟੋਲ ਪਲਾਜ਼ੇ ਫਿਰ ਤੁਹਾਨੂੰ ਦੇਣੇ ਪੈਣਗੇ। ਸਰਕਾਰ ਨੂੰ ਚਾਹੀਦਾ ਵੀ ਜਿਹੜੀ ਸਾਡੇ ਕੋਲ ਰਜਿਸਟ੍ਰੇਸ਼ਨ ਦੇ ਟਾਈਮ ਦੇ ਉੱਤੇ ਫੀਸ ਲੈਂਦੇ ਹੋ, ਤੁਸੀਂ ਰੋਡ ਟੈਕਸ ਲੈਂਦੇ ਹੋ, ਉਹ ਬੰਦ ਕਰ ਦਿਓ। ਇਹ ਗੱਲ ਉਹਨਾਂ ਕਿਉਂ ਨਹੀਂ ਕੀਤੀ ਮੈਨੂੰ ਨਹੀਂ ਪਤਾ ਜੀ। ਇਹ ਵਿਰੋਧੀ ਧਿਰ ਦੇ MPs ਨੂੰ ਕਹਿਣਾ ਚਾਹੀਦਾ ਸੀ ਫਿਰ ਉਹ ਤੁਹਾਨੂੰ ਬੰਦ ਕਰਨੀ ਚਾਹੀਦੀ ਹੈ। ਜੇ ਤੁਸੀਂ ਟੋਲ ਲੈਣਾ ਤੇ ਲਓ ਟੋਲ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਜੀ। ਉਹਨਾਂ ਨੇ ਕਿਹਾ ਵੀ ਪਿਛਲੇ ਸਮੇਂ 'ਚ ਅਸੀਂ 44,000 ਮੀਲ ਕਿਲੋਮੀਟਰ ਸੜਕਾਂ ਬਣਾਈਆਂ ਨੇ ਜੀ, ਤੇ ਅੱਜ ਦੀ ਡੇਟ ਦੇ ਵਿੱਚ ਟੋਲ ਜਿਹੜੇ ਲਾਏ ਸ਼ੁਰੂ ਕੀਤੇ ਆ, ਸੜਕਾਂ ਵਧੀਆ ਬਣੀਆਂ ਵਾ, ਪੈਚ ਵਰਕ ਲੱਗਦੇ ਆ, ਸਭ ਕੁਝ ਹੁੰਦਾ ਵਾ। ਉਹਦੇ ਕਰਕੇ ਸਫ਼ਰ ਛੇਤੀ ਮੁੱਕਦਾ, ਉਹਦੇ ਕਰਕੇ ਐਕਸੀਡੈਂਟ ਘੱਟ ਹੁੰਦੇ ਆ, ਉਹਦੇ ਵਿੱਚ ਗੱਡੀਆਂ ਵੱਜ ਜਾਂਦੀਆਂ, ਕੋਈ ਸ਼ੱਕ ਨਹੀਂ। ਬਿਲਕੁਲ ਕਹੀ ਆ ਕਿ ਇਸੇ ਟੋਲ ਨਾਲ ਅਸੀਂ ਪਹਾੜੀ ਇਲਾਕਿਆਂ 'ਚ ਵੀ ਸੜਕਾਂ ਬਣਾ ਰਹੇ ਹਾਂ, ਇਹਦੇ ਮੈਂ ਕੋਈ ਸ਼ੱਕ, ਜੋ ਕਹਿ ਰਹੇ ਬਿਲਕੁਲ ਠੀਕ ਕਹਿ ਰਹੇ ਨੇ, ਕੋਈ ਚੰਗੀ ਗੱਲ ਆ। ਲੇਕਿਨ ਦੋਹਰੇ ਮਾਪਦੰਡ ਸਰਕਾਰ ਨਾ ਅਪਣਾਏ। ਜੇ ਇਹਨਾਂ ਨੇ ਟੋਲ ਲੈਣਾ, ਲੋਕ ਦੇਣਗੇ ਟੋਲ, ਨਾ ਨਹੀਂ ਕਰਨਗੇ। ਫਿਰ ਅਗਲੇ ਪਾਸੇ ਕੀ ਕਹਿੰਦੇ ਹੋ, ਬਹੁਤ ਸਾਰੀਆਂ ਕੰਟਰੀਜ਼ ਇਹ ਆ ਵੀ ਓਨਲੀ ਕਮਰਸ਼ੀਅਲ ਵਹੀਕਲ ਜਿਹੜੇ ਉਹਨਾਂ ਨੂੰ ਟੋਲ ਪੈਂਦਾ ਵਾ ਜੀ। ਇਹਨਾਂ ਪ੍ਰਾਈਵੇਟ ਵਹੀਕਲ ਨੂੰ ਪਾਇਆ, ਉਹ ਕਹਿੰਦੇ ਅਸੀਂ ਮੋਟਰਸਾਈਕਲ ਨੂੰ ਨਹੀਂ ਪਾਇਆ, ਅਸੀਂ ਜਿਹੜਾ ਛੋਟੀ ਸਵਾਰੀ ਹੈਗੀ ਹੈ ਜੀ, ਅਸੀਂ ਕੋਈ ਰੇੜੇ ਨੂੰ ਨਹੀਂ ਪਾਇਆ, ਅਸੀਂ ਕੋਈ ਘੋੜੇ ਨੂੰ ਨਹੀਂ ਪਾਇਆ, ਅਸੀਂ ਟਰੈਕਟਰ ਨੂੰ ਨਹੀਂ ਪਾਇਆ, ਇਹ ਚੀਜ਼ ਨਹੀਂ ਪਾਇਆ ਸੀ। ਜਿਹੜੀਆਂ ਅਮੀਰ ਲੋਕਾਂ ਦੀ ਚੀਜ਼ਾਂ ਨੂੰ ਪਾਇਆ ਸੀ, ਲੇਕਿਨ ਪਈ ਛੋਟੀਆਂ ਕਾਰਾਂ ਵਾਲੇ ਵੀ ਹੈਗੇ ਜੀ। ਇਸ ਕਰਕੇ ਛੋਟੀਆਂ ਕਾਰਾਂ ਦੇ ਉੱਤੇ ਵੀ ਛੋਟ ਹੋਣੀ ਚਾਹੀਦੀ ਆ, ਤਾਂ ਕਿ ਉਹ ਗਰੀਬ ਆਦਮੀ ਕਾਰ ਤੇ ਲੈ ਲੈਂਦੇ, ਟੋਲ ਨਹੀਂ ਦੇ ਸਕਦੇ ਜੀ। ਜਿੰਨਾ ਪੈਸਾ ਦਿੱਲੀ ਜਾਣ ਲੱਗਿਆ ਤੁਹਾਨੂੰ ਰਸਤੇ ਤੁਸੀਂ ਜਾਓ ਇੱਥੋਂ ਕਾਰ ਦੇ ਉੱਤੇ, ਉਹਨਾਂ ਪੈਸਾ ਤੁਹਾਡੇ ਸਾਰੇ ਪਰਿਵਾਰ ਤੇ ਖਾਣੇ ਤੇ ਨਹੀਂ ਲੱਗਦਾ ਜਿੰਨਾ ਟੋਲ ਤੇ ਲੱਗ ਜਾਂਦਾ ਜੀ। ਬਿਲਕੁਲ। ਇਸ ਕਰਕੇ ਇਹਦੇ ਬਾਰੇ ਗਟਕੀ ਤੇ ਸਪਸ਼ਟ ਕਰਨ ਵੀ ਜਿਹੜਾ ਟੋਲ ਟੈਕਸ ਤੁਸੀਂ RC ਨਹੀਂ ਬਣਾਉਣ ਲੱਗੇ ਦਿੰਦੇ ਆ, ਉਹ ਬੰਦ ਕਰ ਦਿਓ, ਟੋਲ ਲੈ ਲਓ, ਚੰਗੀ ਗੱਲ ਆ। ਲਓ ਟੋਲ, ਸੜਕ ਚਾਹੀਦੀ ਆ, ਇਹ ਵੀ ਵਿਕਾਸ ਦੀ ਇੱਕ ਨਿਸ਼ਾਨੀ ਆ, ਬਹੁਤ ਵਧੀਆ ਗੱਲ ਹੈ। ਟੋਲ ਲਾਓ ਪਰ ਉਹ ਟੈਕਸ ਮਾਫ ਕਰੋ ਜੀ। ਸੋ ਬਿਲਕੁਲ, ਪ੍ਰੋਗਰਾਮ ਕਰੰਟ ਅਫੇਅਰਸ ਦੇ ਵਿੱਚ ਸਨ ਸੀਨੀਅਰ ਪੱਤਰਕਾਰ ਸਰਦਾਰ ਜਸਵੀਰ ਸਿੰਘ ਜੀ ਭੱਟੀ, ਜਿਨ੍ਹਾਂ ਨਾਲ ਅਸੀਂ ਸਾਰੀਆਂ ਖਬਰਾਂ ਦੇ ਉੱਤੇ ਚਰਚਾ ਕੀਤੀ ਆ, ਤੇ ਤੁਹਾਡੇ ਤੱਕ ਨਵੀਆਂ ਤੇ ਤਾਜ਼ਾ ਖਬਰਾਂ ਦੇ ਉੱਤੇ ਚਰਚਾ ਜਿਹੜੀ ਹੁੰਦੀ ਆ ਉਹ ਰੋਜ਼ ਪਹੁੰਚਾਉਂਦੇ ਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਫਿਰ ਕੱਲ੍ਹ ਨੂੰ ਨਵੀਆਂ ਤਾਜ਼ੀਆਂ ਖਬਰਾਂ ਦੇ ਨਾਲ ਹੋਵਾਂਗੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ। ਸੋ ਅੱਜ ਦੇ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।